नाम चेक कर लियो सर। अच्छा मैं तो ज्वाइन होना पड़ा। हाँ जी, हाँ हाँ कर लो। किन्ने को हो गए भला? बल सर स्टार्ट करो तुसी, कोई नहीं। 25 ही आ गया। हाँ जी। सत्कारयोग डायरैक्टर साहब, ਵੱਖ-ਵੱਖ ਸੰਸਥਾਵਾਂ ਤੋਂ ਸਾਡੇ ਨਾਲ ਜੁੜੇ ਪ੍ਰਿੰਸੀਪਲ ਸਾਹਿਬ, ਟ੍ਰੇਨਿੰਗ ਅਫਸਰ, ਇੰਸਟ੍ਰਕਟਰ ਸਾਹਿਬਾਨ ਤੇ ਇਸ ਟ੍ਰੇਨ ਨਾਲ ਸੰਬੰਧਿਤ ਸਿੱਖਿਆਰਥੀ। ਮੈਂ ਰਣਧੀਰ ਸਿੰਘ ਬਲ, ਸਰਵੇਅਰ ਇੰਸਟ੍ਰਕਟਰ, ਗਵਰਨਮੈਂਟ ITI SC, ਆਪ ਜੀ ਦਾ ਨਿੰਮੀ ਪੰਜਾਬੀ ਚੈਨਲ ਤੇ ਸਵਾਗਤ ਕਰਦਾ ਹਾਂ। ਸੋ ਅੱਜ ਸਾਡਾ ਬੜਾ ਇੰਪੋਰਟੈਂਟ ਟਾਸਕ ਹੈਗਾ ਵਾ, ਜੋ ਡਰਾਸਮੈਨ ਸਿਲੇਬਸ ਦੇ ਮੁਤਾਬਕ 90 ਨੰਬਰ ਹਫਤੇ ਦੇ ਅਨੁਸਾਰ ਐਸਟੀਮੇਟ, ਟਾਈਪਸ ਆਫ ਐਸਟੀਮੇਟ, ਕਿਉਂਕਿ ਇਹ ਸਿਵਲ ਇੰਜੀਨੀਅਰਿੰਗ ਦਾ ਇਹ ਬਹੁਤ ਇੱਕ ਇੰਪੋਰਟੈਂਟ ਟਾਸਕ ਹੈਗਾ ਵਾ, ਕਿਉਂਕਿ ਐਸਟੀਮੇਟ ਨੂੰ ਆਪਾਂ ਕੁਆਂਟਿਟੀ ਸਰਵੇ ਵੀ ਕਿਹਾ ਜਾਂਦਾ ਵਾ। ਸੋ ਐਸਟੀਮੇਟ ਬਾਰੇ ਆਪਾਂ ਗੱਲ ਕਰਾਂਗੇ। ਸੋ ਮੇਰੇ 3 ਲੈਕਚਰ ਨੇ। ਅੱਜ ਦੇ ਲੈਕਚਰ 'ਚ ਆਪਾਂ ਟਾਈਪਸ ਆਫ ਐਸਟੀਮੇਟ ਬਾਰੇ ਗੱਲ ਕਰਾਂਗੇ ਵੀ ਐਸਟੀਮੇਟ ਹੁੰਦਾ ਕੀ ਆ, ਐਸਟੀਮੇਟ ਆਪਾਂ ਲਾਉਂਦੇ ਕਿੱਦਾਂ ਵਾ, ਤੇ ਕੱਲ ਵੀ ਲੈਕਚਰ ਆ ਉਹਦੇ ਵਿੱਚ ਵੀ ਐਸਟੀਮੇਟ ਦੀ ਗੱਲ ਕਰਾਂਗੇ। ਸੋ ਅੱਜ ਦੀ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਐਸਟੀਮੇਟ। ਸੋ ਟਾਈਪਸ ਆਫ ਐਸਟੀਮੇਟ, ਐਸਟੀਮੇਟ ਜਿਹੜਾ ਵਾ ਉਹ ਆਪਾਂ ਲਾਉਂਦੇ ਕਿਉਂ ਆ। ਐਸਟੀਮੇਟ ਦੇਖੋ, ਜਿੱਦਾਂ ਕੋਈ ਵੀ ਪ੍ਰੋਜੈਕਟ ਆ, ਤਾਂ ਪ੍ਰੋਜੈਕਟ ਨੂੰ ਆਪਾਂ ਬਣਾਉਣਾ ਵਾ। ਸੋ ਆਪਣੇ ਕੋਲ ਕਿੰਨਾ ਫਾਈਨੈਂਸ ਆ, ਕਿੰਨਾ ਪੈਸਾ ਵਾ, ਤੇ ਜੇ ਸਾਨੂੰ ਮਤਲਬ ਪਤਾ ਹੋਊਗਾ ਕਿ ਆਪਣਾ ਇੰਨੇ ਪੈਸੇ ਦੇ ਵਿੱਚ ਆਹ ਕੰਮ ਹੋ ਸਕਦਾ, ਸੋ ਆਪਾਂ ਐਸਟੀਮੇਟ ਨੂੰ ਪੰਜਾਬੀ 'ਚ ਅੰਦਾਜ਼ਾ ਕਹਿੰਦੇ ਆ। ਸੋ ਕੰਮ ਖਤਮ ਹੋਣ ਕਰਨ ਤੋਂ ਪਹਿਲਾਂ ਆਪਾਂ ਉਹਦਾ ਇੱਕ ਅੰਦਾਜ਼ਾ ਲਾਉਂਦੇ ਆ ਵੀ ਇੰਨੇ ਸਾਡੇ ਕੋਲ ਪੈਸੇ ਆ, ਆਹ ਸਾਡੇ ਕੋਲ ਫਾਈਨੈਂਸ ਆ, ਤੇ ਆਪਾਂ ਮਤਲਬ ਤਾਂ ਜੋ ਆਪਣਾ ਪ੍ਰੋਜੈਕਟ ਜਿਹੜਾ ਪੂਰਾ ਕਰ ਸਕੀਏ। ਸੋ ਪਹਿਲੀ ਸਾਡੀ ਸਲਾਈਡ ਸਾਨੂੰ ਨਜ਼ਰ ਆਉਂਦੀ ਪਈ ਆ ਐਸਟੀਮੇਸ਼ਨ। Estimation is the scientific way of working out the approximate cost of an engineering project before execution of the work. Estimate ਤੋਂ ਬਣਿਆ ਸ਼ਬਦ estimation, ਤੋਂ ਅੰਦਾਜ਼ਾ ਇੱਕ ਆਪਾਂ ਸਾਇੰਟੀਫਿਕ ਵੇ ਆ ਜਿਹਦੇ ਵਿੱਚ ਕੋਈ ਵੀ ਜਿਹੜਾ ਇੰਜੀਨੀਅਰਿੰਗ ਪ੍ਰੋਜੈਕਟ ਹੈਗਾ ਵਾ। ਸੋ ਸਿਵਲ ਇੰਜੀਨੀਅਰਿੰਗ ਦੇ ਵਿੱਚ ਜਿੱਦਾਂ ਡੈਮ ਬਣਾਉਣਾ ਵਾ, ਕੋਈ ਬਿਲਡਿੰਗ ਬਣਾਉਣੀ ਆ, ਰੇਲਵੇ ਦਾ ਪ੍ਰੋਜੈਕਟ ਆ, ਸੜਕ ਦਾ ਪ੍ਰੋਜੈਕਟ ਆ, ਕੋਈ ਵੀ ਜਿਹੜੀ ਕੰਸਟਰਕਸ਼ਨ ਆ, ਕਾਰਖਾਨਾ ਬਣਾਉਣਾ ਵਾ। ਸੋ ਇਹ ਸਾਰੇ ਇੰਜੀਨੀਅਰਿੰਗ ਪ੍ਰੋਜੈਕਟ 'ਚ ਆ ਗਏ ਸਿਵਲ ਇੰਜੀਨੀਅਰਿੰਗ ਦੇ ਵਿੱਚ। ਸੋ ਉਹਨਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹਦਾ ਅਪਰੋਕਸੀਮੇਟ ਕਾਸਟ ਲਾਉਂਦੇ ਹਾਂ, ਉਹਦੀ ਕੀਮਤ ਲਾਉਂਦੇ ਹਾਂ, ਉਹਨੂੰ ਆਪਾਂ ਐਸਟੀਮੇਟ ਕਹਿੰਦੇ ਹਾਂ। ਤੇ ਜਦ ਜਿਹੜਾ ਪ੍ਰੋਸੈਸ ਅਸੀਂ ਕਰਦੇ ਹਾਂ ਉਹਦੇ ਵਾਸਤੇ ਦੈਟ ਇਜ਼ ਐਸਟੀਮੇਸ਼ਨ। ਸੋ ਇਟ ਇਜ਼ ਟੋਟਲੀ ਡਿਫਰੈਂਟ ਫਰੋਮ ਦਾ ਕੈਲਕੂਲੇਸ਼ਨ ਆਫ ਦਾ ਐਗਜੈਕਟ ਕਾਸਟ। ਕੀ ਹੁੰਦਾ ਵਾ ਵੀ ਜੋ ਅਸੀਂ ਐਸਟੀਮੇਟ ਲਾਉਂਦੇ ਆ ਉਹ ਉਹਦੇ ਤੋਂ ਡਿਫਰੈਂਟ ਵੀ ਆ ਸਕਦਾ ਵਾ, ਕਿਉਂਕਿ ਵੈਦਰ ਕੰਡੀਸ਼ਨਸ ਨੇ, ਮਤਲਬ ਚੀਜ਼ਾਂ ਦਾ ਰੇਟ ਵੱਧ ਘੱਟ ਸਕਦਾ। ਸੋ ਕੰਪਲੀਟ ਹੋਣ ਤੋਂ ਬਾਅਦ ਉਹਦੇ ਵਿੱਚ ਵੱਖਰਾਪਨ ਆਊਗਾ। ਸੋ ਐਸਟੀਮੇਟ ਰਿਕੁਆਇਰਡ ਥਾਰੋ ਨੌਲੇਜ ਆਫ ਕੰਸਟਰਕਸ਼ਨ ਪ੍ਰੋਸੀਜਰ। ਐਸਟੀਮੇਟ ਅਸੀਂ ਤਦ ਲਾਵਾਂਗੇ ਕਿ ਜਦੋਂ ਸਾਨੂੰ ਸਾਰਾ ਕੰਸਟਰਕਸ਼ਨ ਪ੍ਰੋਸੈਸ ਜੋ ਪ੍ਰੋਸੀਜਰ ਹੈਗਾ ਵਾ, ਚਨਾਈ ਕਰਨੀ ਆ, ਕੰਕਰੀਟ ਕਿੱਦਾਂ ਪਾਉਣੀ ਆ, ਸੋ ਉਹ ਸਾਰੇ ਪ੍ਰੋਸੈਸ ਬਾਰੇ ਸਾਨੂੰ ਨੌਲੇਜ ਹੋਊਗੀ। ਮਟੀਰੀਅਲ ਬਾਰੇ ਕਿ ਕਿਹੜਾ ਮਟੀਰੀਅਲ ਯੂਜ਼ ਕਰਨਾ ਵਾ, ਲੇਬਰ ਕਿਹੜੀ ਲੇਬਰ ਕਿੱਥੇ ਯੂਜ਼ ਕਰਨੀ ਆ, ਤੇ ਕਿਹੜੀ ਸਕਿੱਲ ਉਹਦੇ ਕੋਲ ਹੋਊਗੀ। ਜਿੱਦਾਂ ਮਿਸਤਰੀ ਹੁੰਦੇ ਨੇ, ਰਾਜ ਮਿਸਤਰੀ ਆ, ਲੇਬਰ ਆ, ਸੋ ਇਸ ਤਰ੍ਹਾਂ ਲੋਹਾਰ ਆ, ਇਸ ਤਰ੍ਹਾਂ ਕੰਕਰੀਟ ਸੁਪਰਵਾਈਜ਼ਰ ਆ, ਫੋਰਮੈਨ ਆ, ਇਹ ਸਾਰਾ ਕੁਛ ਉਹਦੇ ਸਕਿੱਲ ਜਿੱਦਾਂ ਦੀ ਜਿਹਦੇ ਕੋਲ ਹੈਗੀ ਉਹਨੂੰ ਆਪਾਂ ਕੰਮ ਦੇਣਾ ਵਾ। ਸੋ ਐਕਸਪੀਰੀਅੰਸ ਤੇ ਗੁੱਡ ਸਾਡੀ ਜੱਜਮੈਂਟ ਉਹਦੇ ਤੇ ਡਿਪੈਂਡ ਕਰਦਾ ਵੀ ਆਪਾਂ ਐਸਟੀਮੇਸ਼ਨ ਕਿੱਦਾਂ ਕਰਾਂਗੇ। ਇਹ ਮੈਂ ਅੱਗੇ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਵਾ, ਤੁਸੀਂ ਇਹਨੂੰ ਪੜ੍ਹ ਸਕਦੇ ਆ ਵੀ ਅਨੁਮਾਨ ਦੇ ਕੰਮ ਦੇ ਅਮਲ ਤੋਂ ਪਹਿਲਾਂ ਕਿਸੇ ਇੰਜੀਨੀਅਰਿੰਗ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ ਨੂੰ ਪੂਰਾ ਕਰਨ ਦਾ ਵਿਗਿਆਨਕ ਤਰੀਕਾ ਵਾ, ਤੇ ਇਹ ਤੁਸੀਂ ਪੜ੍ਹ ਸਕਦੇ ਹੋ ਪੰਜਾਬੀ ਦੇ ਵਿੱਚ।
ਇਸ ਤੋਂ ਬਾਅਦ ਸਾਡੇ ਕੋਲ ਹੁੰਦਾ ਸਾਈਟ ਕੰਡੀਸ਼ਨ ਅਫੈਕਟਿੰਗ ਓਵਰਆਲ ਕਾਸਟ। ਸਾਡੇ ਐਸਟੀਮੇਟ ਨੂੰ ਕੁਝ ਗੱਲਾਂ ਅਫੈਕਟ ਕਰਦੀਆਂ ਵਾ, ਉਹਨਾਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਪਹਿਲਾ ਨੰਬਰ, ਇਸ ਟਾਈਪ ਆਫ ਵਰਕ ਰਿਕੁਆਇਰ ਡਿਫਰੈਂਟ ਮੈਥਡ ਆਫ ਕੰਸਟਰਕਸ਼ਨ। ਹਰ ਜਿਹੜਾ ਸਿਵਲ ਇੰਜੀਨੀਅਰਿੰਗ ਕੰਮ ਆ, ਡੈਮ ਆ, ਟਨਲ ਆ, ਮਲਟੀ ਸਟੋਰੀ ਬਿਲਡਿੰਗ ਆ, 에ਅਰਪੋਰਟ ਆ, ਬ੍ਰਿਜ ਆ, ਰੋਡ ਆ, ਇਹ ਸਾਰੇ ਜਿਹੜੇ ਕੰਮ ਮਸ਼ੀਨਰੀ ਚਾਹੀਦੀ ਆ, ਹਰ ਇੱਕ ਲਈ ਵੱਖੋ ਵੱਖ ਆਪਾਂ ਨੂੰ ਜਿਹੜਾ ਆਪਾਂ ਰਿਕੁਆਇਰ ਕਰਦੇ ਆ ਕਿ ਈਚ these work require totally different construction technique। ਹਰ ਇੱਕ ਦੀ ਵੱਖੋ ਵੱਖ ਟੈਕਨੀਕ ਆ। ਸੋ ਆਪਾਂ ਨੂੰ ਜਦੋਂ ਐਸਟੀਮੇਟ ਲਾਉਣਾ ਵਾ, ਇਹ ਸਾਰੇ ਕੰਮਾਂ ਬਾਰੇ ਪਤਾ ਹੋਣਾ ਚਾਹੀਦਾ ਵੀ ਕਿਸ ਚੀਜ਼ ਦਾ ਐਸਟੀਮੇਟ ਲਾ ਰਹੇ ਹਾਂ, ਤਾਂ ਜੋ ਆਪਾਂ ਉਸ ਹਿਸਾਬ ਨਾਲ ਪੈਸੇ ਨੂੰ ਆਪਾਂ ਯੂਟਿਲਾਈਜ਼ ਕਰ ਸਕੀਏ। ਦੂਸਰਾ, ਕੁਆਲਿਟੀ ਆਫ ਲੇਬਰ ਐਂਡ ਲੇਬਰ ਆਊਟਪੁੱਟ ਵੇਰੀਜ਼ ਇਨ ਡਿਫਰੈਂਟ ਕੁਆਲਿਟੀ। ਲੇਬਰ ਸਕਿਲਡ ਲੇਬਰ ਆ, ਅਨਸਕਿਲਡ ਲੇਬਰ ਆ, ਵੱਖ-ਵੱਖ ਜਗ੍ਹਾ ਤੇ ਲੇਬਰ ਦਾ ਰੇਟ ਵੱਖ-ਵੱਖ ਹੁੰਦਾ। ਤੋ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਂਦਾ। ਵੈਦਰ ਕੰਡੀਸ਼ਨਸ ਆ, ਮੰਨ ਲਓ ਐਸਟੀਮੇਟ ਅਸੀਂ ਲਾਇਆ ਡਰਾਈ ਵੈਦਰ ਚ, ਪਰ ਬਾਰਿਸ਼ਾਂ ਸ਼ੁਰੂ ਹੋ ਗਈਆਂ, ਕੰਮ ਲੇਟ ਹੋ ਗਿਆ, ਇਹਦਾ ਮਤਲਬ ਫਿਰ ਉਹਦੇ ਵਾਸਤੇ ਆਪਾਂ ਨੂੰ ਪੈਸੇ ਦਾ ਮਾਰਜਨ ਕਰਨਾ ਪਊਗਾ। ਇਹ ਫਿਰ ਗੱਲਾਂ ਜਿਹੜੀਆਂ ਇਹਦੇ ਵਿੱਚ ਸਾਨੂੰ ਮਤਲਬ ਅਫੈਕਟ ਕਰਦੀਆਂ ਵਾ। ਸੋ ਇਹ ਪੰਜਾਬੀ ਦੇ ਵਿੱਚ ਕਨਵਰਟ ਕੀਤਾ ਵਾ, ਤੁਸੀਂ ਪੜ੍ਹ ਸਕਦੇ ਆ। ਹਰ ਕਿਸਮ ਦੇ ਕੰਮ ਲਈ ਨਿਰਮਾਣ ਦੇ ਵੱਖਰੇ ਮੈਥਡ ਦੀ ਜ਼ਰੂਰਤ ਹੁੰਦੀ ਆ। ਨਿਰਮਾਣ ਆਮ ਘਰ ਦੀ ਹੋ ਸਕਦੀ ਆ, ਤੇ ਦੀ ਕਿਰਤ ਮਤਲਬ ਜਿਹੜਾ ਲੇਬਰ ਆ ਵੱਖ-ਵੱਖ ਇਲਾਕਿਆਂ 'ਚ ਵੱਖਰੀ ਹੁੰਦੀ ਆ। ਸੋ ਇਸ ਤੋਂ ਬਾਅਦ ਸਾਡੇ ਕੋਲ ਚੌਥਾ ਨੰਬਰ ਆਉਂਦਾ ਗਰਾਊਂਡ ਕੰਡੀਸ਼ਨਸ। ਹੁਣ ਜਦੋਂ ਅਸੀਂ ਐਸਟੀਮੇਟ ਲਾਉਣਾ ਵਾ, ਅਸੀਂ ਉਹ ਕੰਮ ਵੇਖਣਾ ਵਾ ਕਿ ਆਪਾਂ ਗਰਾਊਂਡ ਦੀ ਕੰਡੀਸ਼ਨ ਵੇਖਣੀ ਆ। ਵੀ ਮੰਨ ਲਓ ਕਿਸੇ ਚੀਜ਼ ਦੀ ਆਪਾਂ ਖੁਦਾਈ ਕਰਨੀ ਆ, ਜਿੱਦਾਂ ਫੋਰ ਐਗਜ਼ਾਮਪਲ ਐਕਸਕੇਵੇਸ਼ਨ ਮੇ ਬੀ ਡਰਾਈ, ਵੀ ਜਿਹੜੀ ਖੁਦਾਈ ਆ ਸੁੱਕੀ ਮਿੱਟੀ ਵਿੱਚ ਕਰਨੀ ਆ, ਵੈਟ ਹਾਰਡ ਆ, ਸੌਫਟ ਆ, ਸ਼ੈਲੋ ਸ਼ਬਦ ਇੱਕ ਆ ਗਿਆ, ਇੱਕ ਡੀਪ ਸ਼ਬਦ ਆ, ਇੱਕ ਸ਼ੈਲੋ ਆ। ਸ਼ੈਲੋ ਦਾ ਮਤਲਬ ਹੁੰਦਾ ਵੀ ਜਦੋਂ ਆਪਾਂ ਫਾਊਂਡੇਸ਼ਨ ਬਹੁਤੀ ਡੂੰਘੀ ਨਾ ਹੋਵੇ, ਇਹ ਮਤਲਬ ਸਿੰਪਲ ਬਿਲਡਿੰਗਸ ਲਈ। ਪਰ ਤੁਸੀਂ ਵੇਖਦੇ ਆ ਵੀ ਜਿਹੜੇ ਵੱਡੇ ਵੱਡੇ ਬ੍ਰਿਜ ਬਣਦੇ ਆ, ਉਹਨਾਂ ਦੇ ਜਿਹੜੇ ਪੀਅਰਸ ਹੁੰਦੇ ਨੇ, ਉਹਨਾਂ ਜਿਹੜੇ ਥੰਮ ਹੁੰਦੇ ਨੇ, ਉਹਨਾਂ ਦੀ ਫਾਊਂਡੇਸ਼ਨ 100 ਫੁੱਟ ਮੀਨਸ 100 ਫੁੱਟ ਖੂਹ ਗਾਲੇ ਜਾਂਦੇ ਆ। ਸੋ ਜਦੋਂ ਵੀ ਐਸਟੀਮੇਟ ਲਾਉਣਾ ਵਾ, ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਸ਼ੈਲੋ ਫਾਊਂਡੇਸ਼ਨ ਦਾ ਜਿਹੜਾ ਐਸਟੀਮੇਟ ਘੱਟ ਬਣੂਗਾ, ਡੀਪ ਫਾਊਂਡੇਸ਼ਨ ਦਾ ਐਸਟੀਮੇਟ ਵੱਧ ਬਣੂਗਾ। ਸੋ ਇਸ ਤੋਂ ਬਾਅਦ ਦਾ ਵਰਕ ਮੇ ਬੀ ਓਪਨ ਗਰਾਊਂਡ। ਹੁਣ ਜਿਹੜਾ ਕੰਮ ਕਰਨਾ ਵਾ, ਕੋਈ ਜਿਹੜਾ ਪ੍ਰੋਜੈਕਟ ਆ ਉਹ ਓਪਨ ਗਰਾਊਂਡ 'ਚ ਆ, ਫੀਲਡ ਖੁੱਲਾ ਵਾ ਕਿ ਕੰਜਸਟਡ ਏਰੀਆ ਵਾ। ਜਿੱਦਾਂ ਕੋਈ ਸ਼ਹਿਰਾਂ ਦੇ ਵਿੱਚ, ਜਲੰਧਰ ਸ਼ਹਿਰ ਆ, ਅੰਮ੍ਰਿਤਸਰ ਸ਼ਹਿਰ ਆ, ਜਿਹੜੇ ਲੋਕ ਪੁਰਾਣੇ ਵਸੇ ਆ, ਉੱਥੇ ਹੁਣ ਆਪਣੀਆਂ ਉਹਨਾਂ ਦੀਆਂ ਬਿਲਡਿੰਗਸ ਆ, ਉਹਨਾਂ ਬਿਲਡਿੰਗਸ ਨੂੰ ਆਪਾਂ ਉਹਨਾਂ ਰਿਪੇਅਰ ਕਰਨੀ ਜਾਂ ਨਵੀਂ ਬਣਾਉਣੀ ਆ, ਤੇ ਇਟ ਮੀਨਸ ਉੱਥੇ ਗਲੀਆਂ ਕੰਜਸਟਡ ਹੈਗੀਆਂ ਵਾ, ਤੇ ਉੱਥੇ ਵੱਡੇ ਵੱਡੇ ਵਹੀਕਲ ਨਹੀਂ ਜਾ ਸਕਦੇ। ਇਹਦਾ ਮਤਲਬ ਫਿਰ ਐਕਸਟਰਾ ਲੇਬਰ ਦਾ ਖਰਚਾ ਉਹ ਐਡ ਕਰਨਾ ਪਊਗਾ। ਸੋ ਇਹ ਗੱਲਾਂ ਉਹਦੇ 'ਚ ਅਫੈਕਟ ਕਰਨਗੀਆਂ। ਸੋ ਰੋਡ ਨੈਸੈਸਿਟੀ ਆਫ ਐਕਸਟੈਂਸਿਵ ਵਾਚਿੰਗ, ਲਾਈਟਨਿੰਗ, ਕੰਟਰੋਲਿੰਗ ਐਫਰਟਸ, ਇਹ ਸਾਰਾ ਕੁਝ ਜਿਹੜਾ ਵਾ ਸਾਈਟ ਕੰਡੀਸ਼ਨ ਦੇ ਵਿੱਚ ਅਫੈਕਟ ਕਰਦਾ ਵਾ। ਹੁਣ ਇੱਕ ਚੰਗਾ ਸਿਵਲ ਇੰਜੀਨੀਅਰ ਜਿਹੜਾ ਵਾ, ਜਿਹੜਾ ਐਸਟੀਮੇਟ ਲਾਉਂਦਾ ਵਾ, ਉਹਨੂੰ ਮੋਸਟਲੀ ਜਦੋਂ ਜੌਬ ਤੇ ਜਾਂਦੇ ਆ ਤੇ ਉਹਨੂੰ ਕਹਿੰਦੇ ਬਿਲਿੰਗ ਇੰਜੀਨੀਅਰ ਆ, ਜਾਂ ਕਈ ਵਾਰੀ ਇਹਨੂੰ ਕੁਆਂਟੀਟੀ ਸਰਵੇਅਰ ਵੀ ਕਿਹਾ ਜਾਂਦਾ। ਇੱਕ ਲੈਂਡ ਸਰਵੇਅਰ ਹੁੰਦਾ, ਇੱਕ ਕੁਆਂਟੀਟੀ ਸਰਵੇਅਰ ਹੁੰਦਾ। ਤਾਂ ਕੁਆਂਟੀਟੀ ਸਰਵੇਅਰ ਨੂੰ ਆਪਾਂ ਐਸਟੀਮੇਟਰ, ਜਿਹਨੇ ਐਸਟੀਮੇਟ ਲਾਉਣਾ ਵਾ, ਤਾਂ ਗੁੱਡ ਐਸਟੀਮੇਟਰ ਕਿਹੜਾ ਹੋਊਗਾ? ਹੁਣ ਚੰਗਾ ਐਸਟੀਮੇਟਰ ਪਹਿਲੀ ਗੱਲ ਤੇ ਉਹ ਕਹਿੰਦਾ ਵਾ ਵੀ ਇਹ ਨੌਲੇਜ ਆਫ ਡਿਟੇਲ ਕੰਸਟਰਕਸ਼ਨ ਵਰਕ, ਵੀ ਉਹਨੂੰ ਸਾਰੇ ਕੰਸਟਰਕਸ਼ਨ ਵਰਕ ਦੀ ਨੌਲੇਜ ਹੋਣੀ ਚਾਹੀਦੀ ਆ। ਉਹ ਕਿੱਦਾਂ ਪਤਾ ਲੱਗੂਗਾ? ਵੀ ਉਹ ਡਰਾਇੰਗ ਦੇ ਬਹੁਤ ਫੈਮਿਲਰ ਹੋਣਾ ਚਾਹੀਦਾ, ਕਿਉਂਕਿ ਡਰਾਇੰਗ ਉਹਨੂੰ ਪੜ੍ਹਨੀ ਆਉਣੀ ਚਾਹੀਦੀ ਆ। ਡਰਾਇੰਗ ਦੇ ਅਕੋਰਡਿੰਗ ਕਰੂਗਾ, ਐਕਸਪੀਰੀਅੰਸ ਵੀ ਉਹਦਾ ਕਾਊਂਟ ਕਰੂਗਾ। ਕੰਸਟਰਕਸ਼ਨ ਇਨ ਵਰਕ, ਹੈਵਿੰਗ ਇਨਫੋਰਮੇਸ਼ਨ ਰਿਗਾਰਡਿੰਗ ਦਾ ਮਟੀਰੀਅਲ, ਕਿਹੜਾ ਮਟੀਰੀਅਲ ਚਾਹੀਦਾ ਵਾ, ਮਸ਼ੀਨਰੀ ਕਿਹੜੀ ਚਾਹੀਦੀ ਆ, ਓਵਰਹੈਡ ਪ੍ਰੋਬਲਮਸ ਕੋਈ ਆ ਸਕਦੀਆਂ। ਜਿੱਦਾਂ ਪਹਾੜਾਂ ਦੇ ਵਿੱਚ ਫਾਊਂਡੇਸ਼ਨ ਕਰਨੀ ਆ, ਉੱਥੇ ਇੱਟਾਂ ਬਹੁਤ ਮਹਿੰਗੀਆਂ ਹੋਣਗੀਆਂ, ਪੱਥਰ ਸਸਤਾ ਵਾ। ਇਹਦਾ ਮਤਲਬ ਉਹਨੂੰ ਫਿਰ ਸਿਲੈਕਟ ਕਰਨਾ ਪਊਗਾ ਕਿ ਆਪਾਂ ਦਾ ਐਸਟੀਮੇਟ ਜਿਹੜਾ ਵਾ ਉਹ ਮਤਲਬ ਜ਼ਿਆਦਾ ਨਾ ਬਣ ਜੇ। ਸੋ ਗੁੱਡ ਜਜਮੈਂਟ ਰਿਗਾਰਡ ਡਿਫਰੈਂਟ ਲੋਕੈਲਿਟੀ, ਡਿਫਰੈਂਟ ਜੌਬਸ, ਡਿਫਰੈਂਟ ਵਰਕਮੈਨ। ਸੋ ਵੱਖ-ਵੱਖ ਕੰਮ ਹੁੰਦੇ ਆ, ਵੱਖ-ਵੱਖ ਜੌਬਸ। ਜਿੱਦਾਂ ਮਤਲਬ ਇੱਕ ਐਸਟੀਮੇਟ ਆ, ਉਹ ਵੇਖੂਗਾ ਮਿਸਤਰੀ ਵਾਲਾ ਕੰਮ ਜਿਹੜਾ ਮਜ਼ਦੂਰ ਨੇ ਥੋੜੇ ਕਰਨਾ ਵਾ। ਸੋ ਜਿਸ ਤੇ ਬਿਸਤਰੀ ਹੁੰਦੇ, ਜਿੱਦਾਂ ਜਿਹੜੇ ਪਾਣੀ ਲਾਉਣ ਵਾਲੇ ਆ, ਉਹ ਕਿੰਨੇ ਚਾਹੀਦੇ ਸਾਨੂੰ। ਹੁਣ ਮੰਨ ਲਓ ਫਾਊਂਡੇਸ਼ਨ ਕਰਨੀ ਆ, ਤੇ ਫਾਊਂਡੇਸ਼ਨ ਤੋਂ ਆਪਾਂ ਸਭ ਤੋਂ ਜਿਹੜਾ ਐਸਟੀਮੇਟ ਆ, ਫਾਊਂਡੇਸ਼ਨ ਵਿੱਚ ਕਿਹੜੇ ਕਿਹੜੇ ਮਸ਼ੀਨਰੀ ਚਾਹੀਦੀ ਆ। ਸੋ ਇਹ ਸਾਰੀਆਂ ਜੌਬਸ ਬਾਰੇ ਉਹਨੂੰ ਮਤਲਬ ਅੱਛੀ ਤਰ੍ਹਾਂ ਜਜਮੈਂਟ ਹੋਵੇ।
ਸਿਲੈਕਸ਼ਨ ਆਫ ਗੁੱਡ ਮੈਥਡ ਫॉर preparing estimate ਤੇ ਚੰਗਾ ਮੈਥਡ ਸਿਲੈਕਟ ਕਰੇ, ਅਬਿਲਿਟੀ ਟੂ ਕੇਅਰਫੁਲ, ਥਾਰੋ, ਹਾਰਡ ਵਰਕਿੰਗ। ਅੱਛਾ, ਇਹ ਸਭ ਤੋਂ ਪਹਿਲੀ ਗੱਲ ਇਹ ਹੋਣੀ ਚਾਹੀਦੀ ਆ ਕਿ ਉਹ ਬੰਦਾ ਕੇਅਰਫੁਲ ਹੋਵੇ, ਉਹਨੂੰ ਥਾਰੋਲੀ ਕੰਮ ਕਰੇ, ਹਾਰਡ ਵਰਕਿੰਗ ਹੋਵੇ, ਐਕੂਰੇਟ ਤੇ ਸਹੀ ਕੰਮ ਕਰਨਾ ਜਾਣਦਾ ਹੋਵੇ। ਅਬਿਲਿਟੀ ਟੂ ਕਲੈਕਟ, ਕਲਾਸੀਫਾਈ ਦਾ, ਐਵੈਲੂਏਟ ਡਾਟਾ ਰਿਲੇਟਿੰਗ ਟੂ ਐਸਟੀਮੇਟ, ਉਹ ਜਿੰਨਾ ਵੀ ਐਸਟੀਮੇਟ ਦੇ ਨਾਲ ਰਿਲੇਟਡ ਡਾਟਾ ਵਾ ਉਹਨੂੰ ਮਤਲਬ ਕਲੈਕਟ ਕਰ ਸਕਦਾ ਹੋਵੇ, ਉਹਨੂੰ ਐਵੈਲੂਏਟ ਕਰ ਸਕਦਾ ਹੋਵੇ। ਇਸ ਤੋਂ ਬਾਅਦ ਆਂਦੀ ਹੈ ਸਾਡੇ ਕੋਲ ਸਲਾਈਡ ਡਿਫਰੈਂਟ ਟਾਈਪਸ ਆਫ ਐਸਟੀਮੇਟ। ਐਸਟੀਮੇਟ ਦੀਆਂ ਕਿਹੜੀਆਂ ਟਾਈਪਸ ਹੈਗੀਆਂ ਵਾ। ਦੇਖੋ ਸਭ ਤੋਂ ਪਹਿਲਾਂ ਲਿਖਿਆ ਵਾ ਪ੍ਰੀਲਿਮਿਨਰੀ, ਅਪਰੋਕਸੀ, ਐਬਸਟ੍ਰੈਕਟ, ਰਫ ਕਾਸਟ ਐਸਟੀਮੇਟ। ਇਹ ਸਾਰੇ ਪ੍ਰੀਲਿਮਿਨਰੀ ਐਸਟੀਮੇਟ ਹੈਗੇ ਨੇ, ਇਹ ਸਾਰੇ ਰਫ ਕਾਸਟ ਵਿੱਚ ਆਉਂਦੇ ਨੇ। ਪਲਿੰਥ ਏਰੀਆ ਐਸਟੀਮੇਟ ਆ, ਕਿਊਬਿਕਲ ਕੰਟੈਂਟ ਐਸਟੀਮੇਟ ਆ, ਅਪਰੋਕਸ ਕੁਆਂਟੀਟੀ ਐਸਟੀਮੇਟ ਆ, ਡਿਟੇਲ ਐਸਟੀਮੇਟ ਆ, ਆਈਟਮ ਰੇਟ ਐਸਟੀਮੇਟ ਇਹਨੂੰ ਕਿਹਾ ਜਾਂਦਾ। ਰਿਵਾਈਜ਼ਡ ਐਸਟੀਮੇਟ ਆ, ਸਪਲੀਮੈਂਟਰੀ ਐਸਟੀਮੇਟ ਆ, ਸਪਲੀਮੈਂਟਰੀ ਐਂਡ ਰਿਵਾਈਜ਼ਡ ਐਸਟੀਮੇਟ ਆ, ਐਨੂਅਲ ਰਿਪੇਅਰ ਐਂਡ ਮੇਨਟੇਨੈਂਸ ਐਸਟੀਮੇਟ ਆ। ਸੋ ਅੱਜ ਆਪਾਂ ਰਫ ਕਾਸਟ ਐਸਟੀਮੇਟ ਤੇ ਡਿਟੇਲ ਐਸਟੀਮੇਟ ਬਾਰੇ ਆਪਾਂ ਅੱਜ ਗੱਲ ਕਰਾਂਗੇ। ਸੋ ਇਹਦੇ ਨਾਲ ਚੰਗੀ ਤਰ੍ਹਾਂ ਤੁਹਾਨੂੰ ਆਪਾਂ ਕਲਾਸੀਫਾਈ ਨੂੰ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਲੈਂਦੇ ਆ ਰਫ ਕਾਸਟ ਐਸਟੀਮੇਟ। ਸੋ ਰਫ ਕਾਸਟ ਐਸਟੀਮੇਟ ਕੀ ਹੈਗਾ ਵਾ। ਰਫ ਕਾਸਟ ਐਸਟੀਮੇਟ ਨੂੰ ਆਪਾਂ ਪੰਜਾਬੀ ਕਹਿ ਸਕਦੇ ਹਾਂ ਮੋਟੇ ਰੂਪ ਚ। ਐਸਟੀਮੇਟ ਆਫ ਕਾਸਟ, ਐਸਟੀਮੇਸ਼ਨ ਆਫ ਕਾਸਟ ਆਫ ਕੰਸਟਰਕਸ਼ਨ ਫਰੋਮ ਦਾ ਪਲਾਨ ਔਰ ਆਰਕੀਟੈਕਚਰ ਡਰਾਇੰਗ ਆਫ ਦਾ ਪ੍ਰੋਜੈਕਟ ਸਕੀਮ। ਮਤਲਬ ਜਦੋਂ ਆਪਾਂ ਕੋਈ ਕੰਸਟਰਕਸ਼ਨ ਆ ਉਹਦਾ ਸਾਨੂੰ ਪਲਾਨ ਦਿੱਤਾ ਵਾ, ਉਹਦਾ ਆਰਕੀਟੈਕਚਰ ਡਰਾਇੰਗ ਵੀ ਦਿੱਤੀ ਆ, ਉਸ ਪ੍ਰੋਜੈਕਟ ਦੀ ਆਪਾਂ ਐਸਟੀਮੇਟ ਲਾਉਂਦੇ ਆ। ਪਰ ਉਹਦੀ ਈਵਨ ਡਿਟੇਲ ਆਫ ਸਟਰਕਚਰਲ ਡਿਜ਼ਾਈਨ, ਸਟਰਕਚਰਲ ਡਿਜ਼ਾਈਨ ਹੁੰਦਾ ਕਿ ਉਹਦੇ ਵਿੱਚ ਸਟਰਕਚਰ ਦਾ ਡਿਜ਼ਾਈਨ ਨਹੀਂ ਕੀਤਾ ਹੁੰਦਾ ਵੀ ਸਰੀਆ ਕਿਹੜਾ ਪੈਣਾ, ਬੀਮ ਦੇ ਵਿੱਚ ਸਰੀਏ ਕਿੰਨੇ ਹੋਣਗੇ, ਕਿੰਨੇ ਕਾਲਮ ਹੋਣਗੇ, ਇਹ ਸਾਰਾ ਕੁਝ ਉਹਦੇ ਵਿੱਚ ਮਤਲਬ ਕੈਰੀ ਆਊਟ ਨਹੀਂ ਹੁੰਦਾ। ਇਟ ਇਜ਼ ਕਾਲਡ ਰਫ ਕਾਸਟ ਐਸਟੀਮੇਟ। ਇਹਨੂੰ ਮੋਟੇ ਰੂਪ ਚ ਐਸਟੀਮੇਟ ਕਿਹਾ ਜਾਂਦਾ, ਮੋਟੇ ਰੂਪ ਚ ਅੰਦਾਜ਼ਨ। ਇਹ ਐਸਟੀਮੇਟ ਕੀ ਹੁੰਦਾ ਵਾ ਵੀ ਐਡਮਿਨਿਸਟ੍ਰੇਟਿਵ ਅਪਰੂਵਲ ਵਾਸਤੇ, ਪ੍ਰਸ਼ਾਸਕੀ ਪ੍ਰਵਾਨਗੀ ਵਾਸਤੇ ਇਹਨੂੰ ਬਣਾ ਕੇ ਭੇਜਿਆ ਜਾਂਦਾ। ਤੇ these estimates are used for obtaining the administrative approval from the concerning authorities. Some of the basis of rough cost estimate, rough cost estimate ਤੋਂ ਆਪਾਂ ਜਦੋਂ ਪ੍ਰਪੋਜ਼ਲ ਬਣਾਉਂਦੇ ਆ ਤੇ ਜੇ ਸਾਨੂੰ ਲੱਗੇ ਵੀ ਸਾਡਾ ਜਿਹੜਾ ਫਾਈਨੈਂਸ ਜਾਂ ਪੈਸਾ ਵਾ ਉਹ ਮਤਲਬ ਘੱਟ ਵੱਧ ਆ ਤੇ ਉਹਨੂੰ ਆਪਾਂ ਡ੍ਰੌਪ ਵੀ ਕਰ ਸਕਦੇ ਹਾਂ। ਸੋ ਇਸ ਤੋਂ ਬਾਅਦ ਰਫ ਕਾਸਟ ਐਸਟੀਮੇਟ ਦੀਆਂ ਕੁਝ ਟਾਈਪਸ ਮੈਂ ਦੱਸੀਆਂ, ਕੁਝ ਆਈਡੀਆਸ। ਜਿੱਦਾਂ ਮਤਲਬ ਰਫ ਕਾਸਟ ਐਸਟੀਮੇਟ ਜਿਹੜਾ ਵਾ ਕਾਸਟ ਪਰ ਸਕੁਅਰ ਫੁੱਟ ਜਾਂ ਪਰ ਸਕੁਅਰ ਮੀਟਰ, ਕਵਰਡ ਏਰੀਆ, ਪਲਿੰਥ ਏਰੀਆ, ਮਤਲਬ ਇੱਕ ਪਲਿੰਥ ਏਰੀਏ ਦਾ ਸਕੁਅਰ ਮੀਟਰ ਦਾ ਜਾਂ ਸਕੁਅਰ ਫੁੱਟ ਦਾ 1 ਫੁੱਟ ਦਾ ਕਿੰਨਾ ਖਰਚ ਵਾ, 1 ਸਕੁਅਰ ਮੀਟਰ ਦਾ ਕਿੰਨਾ ਖਰਚਾ, ਤੇ ਉਹ ਜਿਹੜੀ ਬਿਲਡਿੰਗ ਜਾਂ ਪ੍ਰੋਜੈਕਟ ਆ ਉਹ ਕਿੰਨੇ ਸਕੁਅਰ ਫੁੱਟ ਆ, ਉਹਦੇ ਨਾਲ ਗੁਣਾ ਕਰ ਲਾਂਗੇ ਆਪਾਂ ਨੂੰ। ਇਹਦੇ ਨਾਲ ਫਿਰ ਸਾਡਾ ਰਫ ਕਾਸਟ ਐਸਟੀਮੇਟ ਬਣ ਜੂਗਾ। ਸੋ ਫॉर ਪਬਲਿਕ ਬਿਲਡਿੰਗਸ ਜਿੱਦਾਂ ਪਰ ਪਰਸਨ ਆ, ਜਿੱਦਾਂ ਸਟੂਡੈਂਟ ਹੋਸਟਲ ਆ, ਗਵਰਨਮੈਂਟ ITI, ਜਿੱਦਾਂ ਸਾਡੇ ਕੋਲ A ਕਲਾਸ ITIs ਨੇ, ਗਵਰਨਮੈਂਟ ITI ਪਟਿਆਲਾ, ਗਵਰਨਮੈਂਟ ITI ਫਿਰੋਜ਼ਪੁਰ, ਗਵਰਨਮੈਂਟ ITI ਬਠਿੰਡਾ, ਇਸ ਤਰ੍ਹਾਂ ਉਹਨਾਂ ਕਾਲਜਾਂ ਦੇ ਵਿੱਚ ਹੋਸਟਲ ਬਣੇ ਆ। ਤੋ ਜਿੱਥੇ ਹੋਸਟਲ ਦਾ ਡਿਜ਼ਾਈਨ ਕਰਨਾ ਵਾ, ਇੱਕ ਸਟੂਡੈਂਟ ਦਾ ਕਿੰਨਾ ਖਰਚਾ, ਕਿੰਨਾ ਐਸਟੀਮੇਟ ਆ ਤੇ ਕਿੰਨੇ ਸਟੂਡੈਂਟ ਵਾਸਤੇ ਬਣਾਉਣਾ ਵਾ, ਤੇ ਆਪਾਂ ਉਹਦੇ ਨਾਲ ਮਲਟੀਪਲਾਈ ਕਰ ਦਾਂਗੇ। ਹਸਪੀਟਲਸ, ਇੱਕ ਬੈੱਡ ਵਾਸਤੇ ਕਿੰਨਾ ਖਰਚਾ ਵਾ ਤੇ ਕਿੰਨੇ ਬੈੱਡ ਦਾ ਬਣਾਉਣਾ, ਤੇ ਹੋਟਲ ਆ ਇੱਕ ਗੈਸਟ ਵਾਸਤੇ ਕਿੰਨਾ ਵਾ ਤੇ ਕਿੰਨੇ ਗੈਸਟ ਚਾਹੀਦੇ ਨੇ ਅਕੋਮੋਡੇਟ ਕਰਨਗੇ, ਆਪਾਂ ਉਹਨੂੰ ਐਸਟੀਮੇਟ ਕਰ ਸਕਦੇ। ਇਸ ਤੋਂ ਬਾਅਦ ਹੈਗਾ ਡਿਟੇਲ ਐਸਟੀਮੇਟ। ਇਹ ਬੜਾ ਇੰਪੋਰਟੈਂਟ ਹੈਗਾ ਜੀ। ਡਿਟੇਲ ਐਸਟੀਮੇਟ ਜਿਹੜਾ ਵੱਡੇ ਜਿੰਨੇ ਪ੍ਰੋਜੈਕਟ ਹੈਗੇ ਨੇ ਡਿਟੇਲ ਐਸਟੀਮੇਟ ਦੇ ਅਕੋਰਡਿੰਗ ਹੀ ਕੀਤੇ ਜਾਂਦੇ ਆ। ਇਹ ਪੂਰਾ ਵੇਰਵਾ ਹੁੰਦਾ ਹਰ ਚੀਜ਼ ਦਾ, ਹਰ ਇੱਕ ਜੋ ਆਈਟਮ ਆ, ਬੀਮ ਆ, ਭਾਵੇਂ ਉਹ ਕਾਲਮ ਆ, ਭਾਵੇਂ ਉਹ ਦਰਵਾਜ਼ਾ ਵਾ, ਭਾਵੇਂ ਉਹ ਪਲਿੰਥ ਲੈਵਲ ਆ, ਹਰ ਚੀਜ਼ ਦੀ ਸਪੈਸੀਫਿਕੇਸ਼ਨ ਵਿੱਚ ਦਿੱਤੀ ਹੁੰਦੀ ਹੈ। ਸੋ ਡਿਟੇਲ ਐਸਟੀਮੇਟਸ ਆਰ ਪ੍ਰੀਪੇਅਰਡ ਬਾਈ ਕੇਅਰਫੁਲੀ and separately calculate in the detail of cost of various items of work that constitute the whole project from the detail working drawing after the design has been finalized. So फिर गल drawing दी आ गई। ਜਿਹੜਾ ਡਿਟੇਲ ਐਸਟੀਮੇਟ ਹੁੰਦਾ ਵਾ ਇਹਦੇ ਵਿੱਚ ਹਰ ਇੱਕ ਚੀਜ਼ ਦੀ ਸੈਪਰੇਟਲੀ ਵੱਖ-ਵੱਖ ਹਰ ਚੀਜ਼ ਦੀ ਆਪਾਂ ਡਿਟੇਲ ਕੱਢਦੇ ਹਾਂ, ਉਹਦੀ ਕਾਸਟ ਕੱਢਦੇ ਹਾਂ। ਪਰ ਕਾਸਟ ਕਿੱਦਾਂ ਕੱਢਦੇ ਹਾਂ, ਉਹਦੀ ਸਾਡੇ ਕੋਲ ਡਰਾਇੰਗ ਹੁੰਦੀ ਆ। तो ड्राइंग ਵਿੱਚ ਪਲਾਨ ਦਿੱਤੇ ਹੁੰਦੇ ਨੇ, ਉਹਦੇ ਸੈਕਸ਼ਨ ਦਿੱਤੇ ਹੁੰਦੇ ਨੇ। तो ਸੈਕਸ਼ਨਸ ਤੋਂ ਫਿਰ ਹਰ ਚੀਜ਼ ਦਾ ਆਪਾਂ ਮਤਲਬ
ਜਿਹੜਾ ਐਸਟੀਮੇਟ ਆ ਉਹ ਆਪਾਂ ਡਿਜ਼ਾਈਨ ਕਰਦੇ ਹਾਂ। ਸੋ ਮਿਸਟੇਕ ਇਨ ਇਫ ਐਨੀ ਇਨ ਦਾ ਰਫ ਕਾਸਟ ਐਸਟੀਮੇਟਸ ਆਰ ਐਲੀਮੀਨੇਟ ਇਨ ਡਿਟੇਲ ਐਸਟੀਮੇਟਸ। ਸੋ ਜਿਹੜੀਆਂ ਸਾਡੇ ਕੋਲ ਰਫ ਕਾਸਟ ਐਸਟੀਮੇਟ ਦੇ ਵਿੱਚ ਕੁਝ ਗਲਤੀਆਂ ਰਹਿ ਜਾਂਦੀਆਂ, ਕੁਝ ਗਲਤੀਆਂ ਹੋ ਜਾਂਦੀਆਂ ਵਾ, ਸੋ ਉਹਨੂੰ ਆਪਾਂ ਐਲੀਮੀਨੇਟ ਕਰ ਸਕਦੇ ਹਾਂ ਡਿਟੇਲ ਐਸਟੀਮੇਟ ਦੇ ਵਿੱਚ। ਸੋ ਡਿਟੇਲ ਐਸਟੀਮੇਟ ਜਿਹੜਾ ਵਾ ਉਹ ਸਬਮਿਟ ਕੀਤਾ ਜਾਂਦਾ ਕੰਪੀਟੈਂਟ ਅਥਾਰਟੀ ਨੂੰ ਟੈਕਨੀਕਲ ਸੈਂਕਸ਼ਨ ਵਾਸਤੇ, ਮਤਲਬ ਤਕਨੀਕੀ ਮਨਜ਼ੂਰੀ ਵਾਸਤੇ ਵੀ ਇਹ ਜਿਹੜੀ ਬਿਲਡਿੰਗ ਆ ਸੇਫ ਆ, ਇਹ ਲੋਡ ਝੱਲ ਸਕਦੀ ਆ, ਮਤਲਬ ਸਾਰਾ ਕੁਝ ਟੈਕਨੀਕਲ ਉਹਦੀ ਮਨਜ਼ੂਰੀ ਦੇਣ ਵਾਸਤੇ ਆਪਾਂ ਇਸ ਐਸਟੀਮੇਟ ਨੂੰ ਭੇਜਿਆ ਜਾਂਦਾ, ਫਿਰ ਹੀ ਟੈਕਨੀਕਲ ਸੈਂਕਸ਼ਨਸ ਹੁੰਦੀ ਹੈ। ਸੋ ਇਹ ਪੰਜਾਬੀ ਦੇ ਵਿੱਚ ਮੈਂ ਕਨਵਰਟ ਕੀਤਾ ਕੁਝ। ਸਾਰਾ ਪ੍ਰੋਜੈਕਟ ਕੰਮ ਜਾਂ ਕੰਮ ਦੀਆਂ ਵੱਖੋ ਵੱਖਰੀਆਂ ਚੀਜ਼ਾਂ ਵਿੱਚ ਵੰਡਿਆ ਹੋਇਆ ਹੈ। ਹਰ ਇਕਾਈ ਲਈ ਮਾਤਰਾ ਨੂੰ ਫਿਰ ਡਰਾਇੰਗ ਤੋਂ ਵੱਖ ਗਿਣਿਆ ਜਾਂਦਾ ਹੈ। ਹਰੇਕ ਵਸਤੂ ਲਈ ਮਾਤਰਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਤੁਸੀਂ ਇਹਨੂੰ ਪੜ੍ਹ ਸਕਦੇ ਆ ਪੰਜਾਬੀ ਦੇ ਵਿੱਚ ਸਿੰਪਲੀ। ਹੁਣ ਇਸ ਡਿਟੇਲ ਐਸਟੀਮੇਟ 'ਚ ਇੱਕ ਗੱਲ ਬੜੀ ਹੋਰ ਇੰਪੋਰਟੈਂਟ ਆ, whole project is subdivided into different items of work and activities। ਜਿਹੜਾ ਡਿਟੇਲ ਐਸਟੀਮੇਟ ਆ ਨਾ, ਹੁਣ ਜਿਹੜਾ ਪਲੈਂਥ ਏਰੀਆ ਐਸਟੀਮੇਟ ਸੀ ਉਹ ਤੇ ਕਿੰਨਾ, ਇੱਕ ਪਲੈਂਥ ਵਾ, 1 ਸਕੁਅਰ ਫੁੱਟ ਦਾ ਖਰਚਾ ਇੰਨਾ ਵਾ ਤੇ ਕਿੰਨੇ ਸਕੁਅਰ ਫੁੱਟ ਆ, ਉੱਕਾ ਪੁੱਕਾ ਲਾਤਾ ਆਪਾਂ। ਪਰ ਇਹਦੇ ਵਿੱਚ ਡਿਟੇਲ 'ਚ ਕੀ ਆ ਵੀ ਹਰ ਕੰਮ ਨੂੰ, ਹਰ ਐਕਟੀਵਿਟੀ ਨੂੰ ਵੱਖ-ਵੱਖ ਆਪਾਂ ਉਹਨੂੰ ਗਿਣਦੇ ਆ। ਜਿੱਦਾਂ ਮਤਲਬ ਨੀਹਾਂ ਦੀ ਪਟਾਈ, ਉਹਦਾ ਕਿੰਨਾ ਖਰਚਾ ਲੱਗਾ, ਫਿਰ ਇੱਟਾਂ ਦੀ ਚਨਾਈ ਕੀਤੀ ਨੀਹਾਂ ਵਿੱਚ, ਉਹਦਾ ਖਰਚਾ ਕਿੰਨਾ ਲੱਗਾ। ਇਸ ਤਰ੍ਹਾਂ ਮਤਲਬ ਹਰ ਆਈਟਮ ਨੂੰ ਆਪਾਂ ਕੈਲਕੂਲੇਟ ਕਰਦੇ ਹਾਂ ਤੇ ਸੈਪਰੇਟਲੀ ਫਰੋਮ ਦਾ ਡਰਾਇੰਗ ਐਜ਼ ਐਕੂਰੇਟਲੀ ਐਜ਼ ਪੋਸੀਬਲ। ਦਾ ਪ੍ਰੋਸੀਜਰ ਇਜ਼ ਨੋਨ ਐਜ਼ ਟੇਕਿੰਗ ਆਊਟ ਕੁਆਂਟਿਟੀ। ਜਦੋਂ ਆਪਾਂ ਡਰਾਇੰਗ ਤੋਂ ਇਹ ਐਸਟੀਮੇਟ ਤਿਆਰ ਕਰਦੇ ਹਾਂ ਤੇ ਡਰਾਇੰਗ ਤੋਂ ਜਦੋਂ ਅਸੀਂ ਕੁਆਂਟੀਟੀਆਂ ਲੈਂਦੇ ਹਾਂ ਤੇ ਇਸ ਚੀਜ਼ ਨੂੰ ਆਪਾਂ ਟੈਕਨੀਕਲ ਵਰਡ ਆ, ਇਹਨੂੰ ਯਾਦ ਰੱਖਣਾ ਤੁਸੀਂ, ਇਹਨੂੰ ਟੇਕਿੰਗ ਆਊਟ ਕੁਆਂਟਿਟੀ ਕਿਹਾ ਜਾਂਦਾ। ਤਾਂ ਕੁਆਂਟਿਟੀ ਆਫ ਈਚ ਆਈਟਮ ਮੇ ਬੀ ਐਸਟੀਮੇਟ। ਜਦੋਂ ਹਰ ਕੁਆਂਟਿਟੀ ਨੂੰ ਆਪਾਂ ਲੈ ਕੇ ਉਹਦਾ ਫਿਰ ਜਿਹੜਾ ਐਸਟੀਮੇਟ ਲਾਇਆ ਜਾਂਦਾ ਵਾ, ਉਹਨੂੰ ਫਿਰ ਇੱਕ ਪੈਟਰਨ ਵਿੱਚ, ਇੱਕ ਫਾਰਮ ਦੇ ਵਿੱਚ ਭਰ ਕੇ ਲਿਖਿਆ ਜਾਂਦਾ ਵਾ, ਜਿਹਨੂੰ ਬਿੱਲ ਆਫ ਕੁਆਂਟਿਟੀ ਕਹਿੰਦੇ ਆ, ਜਿਹਨੂੰ PWD ਦੇ ਵਿੱਚ ਕਹਿੰਦੇ BAQ, ਬਿੱਲ ਆਫ ਕੁਆਂਟਿਟੀ। ਵੀ ਉਹ ਹਰ ਚੀਜ਼ ਦੀ ਜਿਹੜੀ ਬਿੱਲ, ਕੁਆਂਟਿਟੀ ਦਾ ਬਿੱਲ ਦਿੱਤਾ ਜਾਂਦਾ ਵਾ। ਸੋ ਸਭ ਤੋਂ ਪਹਿਲਾਂ ਆਪਾਂ ਜਦ ਆਪਾਂ ਡਿਟੇਲ ਐਸਟੀਮੇਟ ਲਾਉਣਾ ਵਾ, ਤੁਸੀਂ ਸਾਰੇ ਜਣੇ ਸੋਚੋ ਇੱਕ ਵਾਰੀ ਕਿ ਜਦੋਂ ਕੋਈ ਕੰਮ ਸ਼ੁਰੂ ਹੋਣਾ ਵਾ, ਮੰਨ ਲਓ ਕਿ ਪਟਿਆਲਾ ਸ਼ਹਿਰ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਹੋਣਾ ਵਾ, ਤੇ ਜਦੋਂ ਪ੍ਰੋਜੈਕਟ ਸ਼ੁਰੂ ਹੋਊਗਾ ਉਹ ਜ਼ਮੀਨ ਟੇਢੀ ਮੇਢੀ ਹੋਊਗੀ, ਉਹ ਜ਼ਮੀਨ ਦੇ ਵਿੱਚ ਮਤਲਬ ਰੁੱਖ ਹੋਣਗੇ, ਝਾੜੀਆਂ ਹੋਣਗੀਆਂ। ਇਹਦਾ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਵੀ ਆਪਾਂ ਸਿੱਧੀ ਚਨਾਈ ਥੋੜੇ ਕਰ ਦਾਂਗੇ, ਸਿੱਧੀਆਂ ਨੀਹਾਂ ਦੀ ਪਟਾਈ ਥੋੜੇ ਕਰ ਦਾਂਗੇ। ਆਪਾਂ ਸਭ ਤੋਂ ਪਹਿਲਾ ਪੁਆਇੰਟ ਹੁੰਦਾ ਸਾਈਟ ਕਲੀਅਰੈਂਸ। ਆਪਾਂ ਸਾਈਟ ਨੂੰ ਕਲੀਅਰ ਕਰਾਂਗੇ। ਇਹਦਾ ਮਤਲਬ ਕੀ ਵੀ ਉਹਦੇ ਵਿੱਚ ਰੁੱਖ ਜੋ ਬੁਸ਼ਸ਼ ਹੈਗੇ ਨੇ, ਝਾੜੀਆਂ ਜੇ ਟੋਏ ਟਿੱਬੇ ਆ, ਉਹਨਾਂ ਨੂੰ ਪੱਧਰਾ ਕਰਾਂਗੇ। ਸੋ ਦਿਸ ਆਈਟਮ ਇਜ਼ ਡਿਸਕ੍ਰਾਈਬ ਇਨ ਦਾ ਡਿਟੇਲ ਬਟ the cost, the price of the item is usually indicate as lump sum। ਆ ਇੱਕ ਸ਼ਬਦ ਆ ਗਿਆ lump sum। ਇਹਨੂੰ ਪੰਜਾਬੀ ਵਿੱਚ ਕਹਿੰਦੇ ਆ, ਜਿੱਦਾਂ ਕਹਿੰਦੇ ਯਾਰ ਉੱਕਾ ਪੁੱਕਾ ਲੱਲਾ, ਕੀ ਲੈਣਾ ਤੂੰ ਉੱਕਾ ਪੁੱਕਾ। ਇਹਦਾ ਮਤਲਬ ਜੇ ਇਹ ਜਿਹੜੀ ਕੁਆਂਟਿਟੀ ਆ ਆਪਾਂ ਲੰਮ ਸਮ ਕੱਢੀ ਜਾਂਦੀ ਆ, ਇੱਕ ਮੁੱਠ ਭੁਗਤਾਨ। ਉੱਕਾ ਪੁੱਕਾ ਜੋ ਕਰ ਲਈਦਾ ਵੀ ਹਾਂ, ਇਹ ਤਜਰਬੇ ਨਾਲ ਪਤਾ ਲੱਗਦਾ ਵੀ ਕਿੰਨਾ ਇਹਦਾ ਖਰਚਾ ਹੋਊਗਾ। ਸੋ indicate as lump sum। So cost of this item is provided in the estimate by judgment according to the description of the item and is indicated lump sum। ਮੇਰਾ ਖਿਆਲ ਤੁਹਾਨੂੰ ਪਤਾ ਲੱਗ ਗਿਆ, lump sum ਇੱਕ ਮੁੱਠ ਭੁਗਤਾਨ ਨੂੰ ਕਹਿੰਦੇ ਆ, ਇਹਨੂੰ ਉੱਕਾ ਪੁੱਕਾ ਭੁਗਤਾਨ ਵੀ ਕਿਹਾ ਜਾਂਦਾ। ਸੋ ਮੈਂ, ਕਿਉਂਕਿ ਤੁਸੀਂ ਸਾਰੇ ਟ੍ਰੇਨੀ ਹੈਗੇ ਆ ਤੇ ਕਈ ਜਣਿਆਂ ਨੂੰ ਮਤਲਬ ਇਸ ਚੀਜ਼ ਨੂੰ ਮੈਂ ਫੀਚਰ ਦਿਖਾਣਾ ਵਾ। ਆ ਦੇਖੋ ਤੁਸੀਂ, ਇਹ ਇੱਕ JCP ਲੱਗੀ ਹੋਈ ਆ, ਵੇਖੋ ਸਾਈਟ ਨੂੰ ਕਲੀਅਰ ਕਰਦੀ ਪਈ ਆ। ਤੁਹਾਨੂੰ ਸਾਰਿਆਂ ਨੂੰ ਇੱਕ ਪਿਕਚਰ ਨਜ਼ਰ ਆਉਂਦੀ ਹੋਊਗੀ। ਇਸ ਤਰ੍ਹਾਂ ਆ ਦੇਖੋ, ਜਿਹੜੀਆਂ ਮਿੱਟੀ ਉੱਚੀ ਨੀਵੀਂ ਹੀ ਉਹਨੂੰ ਪੱਧਰਾ ਕੀਤਾ ਜਾ ਰਿਹਾ, ਤਾਂ ਹੀ ਤੇ ਪ੍ਰੋਜੈਕਟ ਬਣੂਗਾ ਨਾ, ਫੇਰ ਹੀ ਲੇਆਊਟ ਕਰਾਂਗੇ ਆਪਾਂ ਨੀਹਾਂ ਦੀ, ਮਤਲਬ ਜਿਹੜੀ ਲੇਆਊਟ ਆਫ ਪਲਾਨ ਤਾਂ ਹੀ ਹੋਊਗਾ। ਦੂਜਾ ਆਪਾਂ ਹੁਣ ਵੇਖੋ ਆਪਾਂ ਕੀ ਕੀਤਾ ਕਿ ਆਪਾਂ ਸਾਈਟ ਨੂੰ ਕਲੀਅਰ ਕਰਤਾ। ਲਓ ਜੀ, ਇਸ ਤੋਂ ਬਾਅਦ ਸਾਡਾ ਕੰਮ ਕੀ ਹੋਊਗਾ, ਆਪਾਂ ਫਿਰ ਐਕਸਕੇਵੇਸ਼ਨ ਫॉर ਫਾਊਂਡੇਸ਼ਨ। ਤੁਸੀਂ ਸਾਰੇ ਲੈਕਚਰ 'ਚ ਬੈਠੇ ਆ, ਇਦਾਂ ਬੈਠੋ, ਇਦਾਂ ਸੋਚੋ ਕਿ ਆਪਾਂ ਇੱਕ ਪ੍ਰੋਜੈਕਟ ਬਣਾਉਂਦੇ ਪਏ ਆ ਤੇ ਉਹਨੂੰ ਆਪਣੇ ਦਿਮਾਗ 'ਚ ਸੋਚੋ, ਤੁਹਾਨੂੰ ਫਿਰ ਸਾਰਾ ਕੁਝ ਜ਼ਿਆਦਾ ਕਲੀਅਰ ਹੋਊਗਾ ਵੀ ਹੁਣ ਆਪਾਂ ਨੀਹਾਂ ਦੀ ਪਟਾਈ ਕਰਨੀ ਹੈ, ਐਕਸਕੇਵੇਸ਼ਨ ਫॉर ਫਾਊਂਡੇਸ਼ਨ।
ਤੇ ਅਰਥਵਰਕ ਇਹ ਜਿਹੜਾ ਸਬ ਹੈਡ ਆ ਇਹਨੂੰ ਅਰਥਵਰਕ ਕਿਹਾ ਜਾਂਦਾ। ਅਰਥਵਰਕ ਮੀਨਸ ਮਿੱਟੀ ਦੀ ਪਟਾਈ ਜਾਂ ਮਿੱਟੀ ਦੀ ਭਰਾਈ। तो अर्थवर्क इज एक्सप्रेशन फॉर द फाउंडेशन ट्रेंचेस। एक शब्द आ गया ट्रेंच, ट्रेंच मैंने दा टोआ। तो कैलकुलेट बाय द टेकिंग जिन्ना आपां नी लंबी आ, किन्नी चौड़ी आ ते किन्नी डूंगी आ, डेप्थ, इन्हां तिन्नां नूं गुणा किया जांदा। ते जदों तिन्नां नूं गुणा करांगे ये फिर क्यूबिक यूनिट विच बन जाऊगा। तो इट इज मेजर्ड इन क्यूबिक फुट, क्यूबिक यार्ड, यार्ड हुंदा गज, ते क्यूबिक मीटर, मीटरां दे विच भी अकॉर्डिंग टू द प्रिवेलिंग प्रैक्टिस। जिद्दां तुसीं तुहानूं पढ़ाउने आपां क्यूबिक मीटरां विच, फील्ड विच जाके फुੱਟਾਂ 'ਚ काम हुंदा। तो सानूं सारी जानकारी होनी चाहिए बिकॉज तुसीं सुपरवाइज करना वा, तुसीं जाके मजदूरां नूं, लेबर नूं सुपरवाइज करना वा। जे तुहानूं इहदे बारे जानकारी होगी यू विल ईजिली सुपरवाइज। ते पेमेंट जिहड़ी है ना इहदी आइटम दी जनरली डन पर 100 क्यूबिक फीट, मतलब 100 क्यूबिक फुट, क्यूबिक मीटर, क्यूबिक यूनिट। तो 100 ਇਹਨੂੰ ਹੁਣ ਕਈ ਵਾਰੀ ਤੁਸੀਂ ਸੁਣਿਆ ਹੋਊਗਾ ਵੀ 1 ਸੈਂਕੜਾ, ਇਹਦਾ ਮਤਲਬ ਇਹਦੀ ਸੈਂਕੜੇ ਦੇ ਵਿੱਚ ਜਿਹੜੀ ਕੀਮਤ ਅਦਾ ਕੀਤੀ ਜਾਂਦੀ ਆ। ਤੁਸੀਂ ਆ ਹੁਣ ਅਗਲੀ ਪਿਕਚਰ ਦੇਖੋਗੇ, ਆ ਦੇਖੋ ਨੀਂਹ ਦੀ ਪਟਾਈ ਕੀਤੀ ਜਾ ਰਹੀ ਹੈ, ਤੁਹਾਨੂੰ ਨਜ਼ਰ ਆਉਂਦੀ ਹੋਊਗੀ ਵੀ ਇਹਦੀ ਲੰਬਾਈ ਆ, ਇਹਦੀ ਚੌੜਾਈ ਆ, ਇਹਦੀ ਉਚਾਈ ਆ। ਸੋ ਇਸ ਤਰ੍ਹਾਂ ਆਪਾਂ ਇਹਨੂੰ ਕੈਲਕੂਲੇਟ ਕਰਦੇ ਆ। ਦੇਖੋ ਨੀਂਹ ਦੀ ਪਟਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਫਿਲਿੰਗ ਇਨ ਦਾ ਟ੍ਰੈਂਚ। ਹੁਣ ਜਿਹੜਾ ਟ੍ਰੈਂਚ ਆ, ਟੋਆ ਵਾ, ਇੱਟਾਂ ਦੀ ਚਨਾਈ ਕਰਤੀ ਆ, ਪਰ ਚਨਾਈ ਸਾਰੀ ਥੋੜੀ ਕੀਤੀ ਜਾਂਦੀ ਆ। ਮਿਸਤਰੀ ਸਾਹਿਬ ਵੀ ਖਲੋਤੇ ਹੁੰਦੇ ਆ ਨਾ, ਤੇ ਮਿਸਤਰੀ ਸਾਹਿਬ ਜਦੋਂ ਕੰਮ ਕਰਦੇ ਆ ਤੇ ਉਹ ਜਗ੍ਹਾ ਖਾਲੀ ਰਹਿ ਗਈ, ਇਹਦਾ ਮਤਲਬ ਉਹਨੂੰ ਫਿਰ ਆਪਾਂ ਭਰਨਾ ਵਾ। तो फिलिंग इन द ट्रेंच आफ्टर द कंस्ट्रक्शन ऑफ फाउंडेशन मैसनरी इज ऑर्डिनरी। जे ऑर्डिनरी है तो फिर निगलैक्ट कर दो। इफ ट्रेंच फिलिंग आल्सो टेकन इन अकाउंट तो फिर की करांगे, इट मे बी कैलकुलेट बाय द डिडक्टिंग द वॉल्यूम ऑफ द मैसनरी इन द ट्रेंच फ्रॉम दैट ऑफ द वॉल्यूम ऑफ द एक्सकवेशन। जो तुसीं नींह दी पटाई कीती आ ते जिन्नी चनाई कीती आ, चनाई नूं विचों माइनस कर दो जिन्ना ओहदा वॉल्यूम आ, ते ओह तुहाडा मिट्टी की फिलिंग आ जूगी। ये भी तुहाडी अर्थवर्क विच आ जूगी। आ देखो इट्टां दी चनाई कीती है ना, सो इहदे विच वेखो बाकी जिहड़ी जगह वा वो तुहाडी अर्थ फिलिंग आपां करनी है। इस तो बाद फाउंडेशन कंक्रीट, इहनूं PCC कहा जाता। हुण PCC दा मतलब प्लेन सीमेंट कंक्रीट, जिहदे विच टेंसाइल स्ट्रेंथ वास्ते सरिया वगैरह नहीं दिता हैगा। प्लेन सीमेंट कंक्रीट, इनू लीन कंक्रीट भी कहा जाता। अजकल ना तुसीं सुनिया होगा भी गटका पा दो, आ गटका इन्ना पाता, जिहड़ा गटका पाउंदे आ ना ये PCC हैगा। तो द टाइप ऑफ कंक्रीट मस्ट बी क्लीयर मैंशन। हुण जिहड़ा किहड़ी कंक्रीट यूज करनी आ ओहदी आपां नूं मैंशन करनी पैंदी आ कि इत्थे सीमेंट किन्ना पाया, रेत किन्नी पाई आ, बजरी जिहड़ी कोर्स एग्रीगेट आ, इत्थे इट्टां दी रोड़ी भी होगी। सो इहदे विच 1 6 18 पाई आ, 1 2 4 पाई आ, जो भी रेशो आ ਉਹਨੂੰ ਆਪਾਂ 1 2 4 ਤੇ ਨਹੀਂ ਪਾਵਾਂਗੇ, ਮਤਲਬ 1 3 6 ਆ, 1 6 18 ਵਾ। ਇਸ ਤਰ੍ਹਾਂ ਇਹ ਜਿਹੜੀ PCC ਪਾਈ ਜਾਂਦੀ ਆ ਤੇ ਇਹਦੀ ਜਿਹੜੀ ਮਿਣਤੀ ਆ ਨਾ ਉਹ ਕਿਊਬਿਕ ਮੀਟਰ ਚ ਕੀਤੀ ਜਾਂਦੀ ਆ। ਇਹਦੀ ਜਿਹੜੀ ਮੈਜ਼ਰਮੈਂਟ ਆ ਉਹ ਆਪਾਂ ਕਿਊਬਿਕ ਯੂਨਿਟ ਵਿੱਚ ਕਰਨੀ ਆ, ਕਿਊਬਿਕ ਫੀਟ, ਕਿਊਬਿਕ ਮੀਟਰ। ਤੇ ਇਹਦਾ ਜਿਹੜਾ ਪੈਸਾ ਵਾ ਉਹ ਆਪਾਂ ਪਰ ਸੈਂਕੜਾ ਕਿਊਬਿਕ ਮੀਟਰ, ਪਰ ਸੈਂਕੜਾ ਕਿਊਬਿਕ ਫੁੱਟ, ਠੀਕ ਹੈ ਜੀ, ਤੇ ਜਾਂ ਮਤਲਬ ਕਿਊਬਿਕ ਮੀਟਰ ਵਿੱਚ ਵੀ ਆਪਾਂ ਕਰ ਸਕਦੇ ਹਾਂ। ਅੱਛਾ, ਕਈ ਵਾਰੀ ਕੀ ਹੁੰਦਾ ਵੀ ਜਿਹੜੀ ਸੋਇਲ ਸੌਫਟ ਹੁੰਦੀ ਆ, ਵੀਕ ਹੁੰਦੀ ਆ, ਤੇ ਆਪਾਂ ਫਿਰ ਕੀ ਕਰਨਾ ਵਾ ਵੀ ਉੱਥੇ ਇੱਕ ਲੇਅਰ ਇੱਟਾਂ ਦੀ ਜਾਂ ਪੱਥਰ ਦੀ ਆਪਾਂ ਚਿਣ ਦੇਣੀ ਆ, ਉਹਦੀ ਮਤਲਬ ਵਿਛਾ ਦੇਣੀ ਆ, ਉਹਦਾ ਸੋਲ ਬਣਾ ਦੇਣਾ ਵਾ। मतलब जिद्दां आपां कह सकते हैं भी गलियां च इट्टां लगियां होंदियां ना, इदां आपां नींह दे विच इट्टां नूं विछा देना वा, पर वो जिहड़ी सोलिंग लेयर आ ਉਹਨੂੰ कंप्यूट करना वा स्क्वेयर फुट ਜਾਂ स्क्वेयर मीटर। केवल ਉਹਦੀ ਲੈਂथ ਤੇ ਬ੍ਰੈਥ ਲੈਣੀ ਆ, ਉਹਦੀ ਹਾਈਟ ਨੂੰ ਨਹੀਂ ਮਿਣਿਆ ਜਾਂਦਾ ਐਸਟੀਮੇਟ ਦੇ ਵਿੱਚ। ਆ ਦੇਖੋ ਕੰਕਰੀਟ ਹੁੰਦੀ ਪਈ ਆ, ਤੁਸੀਂ ਦੇਖਿਆ ਹੋਊਗਾ ਕਈ ਵਾਰੀ ਕੰਮ ਕਰਦੇ ਆ, ਇਹ ਕੰਕਰੀਟਿੰਗ ਕੀਤੀ ਆ, ਟ੍ਰੈਂਚ ਪੁੱਟਿਆ ਸੀਗਾ, ਉਸ ਤੋਂ ਬਾਅਦ ਕੰਕਰੀਟਿੰਗ ਕਰਤੀ ਆ। ਦੇਖੋ ब्रिक वर्क इन फाउंडेशन अप टू प्लेंथ। हुण ब्रिक वर्क इट्टां दी चनाई जिहड़ी आपां फाउंडेशन विच करनी आ ते प्लेंथ तक करनी आ, प्लिंथ लैवल। प्लिंथ की चीज़ हुंदी है? कुर्सी दा लैवल। मैं तुहानूं हुणे फोटो भी दिखाउणा वा, तुहानूं क्लीयर हो जाऊगा। जिद्दां कई वारी तुहाडे घरां च जो काम कराउने आ ते किन्ने यार साडा घर ना सड़क तो इन्ना उच्चा ही 1.5 फुट असीं कुर्सी अपनी उच्ची रखी। इहदा मतलब तुहाडे घर दे फर्श दा लैवल
उस लैवल ਨੂੰ plinth level ਕਿਹਾ ਜਾਂਦਾ। So care must be taken while taking the dimension from the drawing in the bill of quantity because the wall in the part of the structure are in form of step। ਕਿਉਂਕਿ ਜਦੋਂ ਫਾਊਂਡੇਸ਼ਨ ਦੇ ਵਿੱਚ ਤੁਸੀਂ ਇੱਟਾਂ ਦੀ ਚਿਣਾਈ ਕਰਨੀ ਆ ਉਹਦੇ ਵਿੱਚ ਸਟੈਪ ਹੋਣਗੇ, ਜਿੱਦਾਂ ਮਤਲਬ 3 ਇੱਟਾਂ ਦਾ ਵਾਰ ਆ ਗਿਆ, ਫਿਰ 2.5 ਇੱਟਾਂ ਦਾ ਵਾਰ ਆ ਗਿਆ, ਫਿਰ 2 ਇੱਟਾਂ ਦਾ ਵਾਰ ਆ ਗਿਆ, ਮਤਲਬ 600 500 400 ਤੁਸੀਂ ਡਰਾਇੰਗਾਂ ਬਣਾਈਆਂ ਹੋਣਗੀਆਂ ਨਾ। ਸੋ ਜਿਹੜਾ ਬੱਚਾ ਡਰਾਇੰਗ ਨੂੰ ਚੰਗੀ ਤਰ੍ਹਾਂ, ਕਿਉਂਕਿ ਐਸਟੀਮੇਟ ਡਰਾਇੰਗ ਤੇ ਡਿਪੈਂਡ ਕਰਦਾ, ਕਿਉਂਕਿ ਜਿਹਨੂੰ ਡਰਾਇੰਗ ਪੜ੍ਹਨੀ ਆਉਂਦੀ ਹੋਊਗੀ, ਡਰਾਇੰਗ ਨਾਲ ਫੈਮਿਲੀਅਰ ਹੋਊਗਾ, ਉਹੋ ਹੀ ਬੰਦਾ ਵਧੀਆ ਇੱਕ ਐਸਟੀਮੇਟਰ ਬਣ ਸਕਦਾ ਜੀ। ਸੋ ਇਸ ਡਿਮੈਂਸ਼ਨ ਇਹਦੇ ਵਿੱਚ ਹਰ ਸਟੈਪ ਦੀ ਫਿਰ ਡਿਮੈਂਸ਼ਨ ਚੇਂਜ ਹੁੰਦੀ ਆ। ਸੋ ਧਿਆਨ ਨਾਲ ਆਪਾਂ ਮਿਣਤੀ ਕਰਨੀ ਹੈ। ਦਿਸ ਆਈਟਮ ਇਜ਼ ਕੈਲਕੂਲੇਟ ਕਿਊਬਿਕ ਫੀਟ, ਕਿਊਬਿਕ ਮੀਟਰ ਵਿੱਚ ਵੀ ਕਰ ਸਕਦੇ ਹਾਂ। ਯੂਨਿਟ ਆਫ ਦਾ ਪੇਮੈਂਟ ਜਿਹੜੀ ਆ ਸੈਂਕੜਾ ਦੇ ਵਿੱਚ ਕਰਾਂਗੇ। ਸੋ ਇਨ ਡਾਇਰੈਕਸ਼ਨ ਆਫ ਡਿਸਕ੍ਰਿਪਸ਼ਨ ਆਫ ਵਰਕ ਕੁਆਂਟੀਟੀ ਆਫ ਬ੍ਰਿਕਸ ਜਿਹੜੀ ਆ ਉਹਦੇ ਵਿੱਚ ਫਿਰ ਆਪਾਂ ਕਿਹੜਾ ਮੋਰਟਰ ਯੂਜ਼ ਕੀਤਾ, ਕਿਹੜਾ ਮਸਾਲਾ ਯੂਜ਼ ਕੀਤਾ, ਉਹ ਵੀ ਮੈਂਸ਼ਨ ਕਰਨਾ ਪੈਂਦਾ ਜੋ ਜਦੋਂ ਆਪਾਂ ਐਸਟੀਮੇਟ ਲਾਉਣਾ ਵਾ ਕਿ ਆਪਾਂ ਇੱਟਾਂ 1:4 ਰੇਸ਼ੋ ਜਾਂ 1:6 ਚ, ਮਤਲਬ 1:4 ਦਾ ਮਤਲਬ ਇਹ ਆ ਵੀ 1 ਬਾਲਟਾ ਸੀਮੈਂਟ ਦਾ ਤੇ 4 ਬਾਲਟੇ ਰੇਤ ਦੇ, ਮਤਲਬ 4 ਫਾਈਨ ਐਗਰੀਗੇਟ ਦੇ। ਸੋ ਇਹ ਆਪਾਂ ਮਤਲਬ ਨਾਲ ਮੈਂਸ਼ਨ ਕਰਨਾ ਵਾ। ਦੇਖੋ ਜੀ ਤੁਸੀਂ ਸਾਰੇ ਜਣੇ ਵੇਖਦੇ ਹੋਗੇ ਫੋਟੋ ਇੱਕ, ਇਹਦੇ ਵਿੱਚ ਵੇਖੋ ਅਪ ਟੂ ਪਲੈਂਥ ਜਿਹੜੀ ਆ ਉਹ ਮਤਲਬ ਪਲੈਂਥ ਲੈਵਲ ਦਾ ਉੱਤੇ ਕੰਕਰੀਟ ਪਈ ਆ, ਮਤਲਬ ਇਹਨੂੰ ਮਤਲਬ ਇੱਥੋਂ ਤੱਕ ਜਿਹੜੀ ਚਿਣਾਈ ਆਪਾਂ ਕੀਤੀ ਆ ਇਹ ਤੁਸੀਂ ਵੇਖਦੇ ਪਏ। ਬ੍ਰਿਕ ਵਰਕ ਇਨ ਸੁਪਰ ਸਟਰਕਚਰ। ਹੁਣ ਵੇਖੋ ਬਿਲਡਿੰਗ ਦੇ 2 ਪਾਰਟ ਹੁੰਦੇ ਨਾ, ਤੁਸੀਂ ਪੜ੍ਹਦੇ ਆਏ ਆ, ਬਿਲਡਿੰਗ ਸਬ ਸਟਰਕਚਰ ਤੇ ਸੁਪਰ ਸਟਰਕਚਰ। ਸਬ ਸਟਰਕਚਰ ਹੁੰਦਾ ਜਿਹੜਾ ਜ਼ਮੀਨ ਦੇ ਥੱਲੇ ਹੁੰਦਾ ਵਾ, ਜਿੱਦਾਂ ਫਾਊਂਡੇਸ਼ਨ ਆ। ਹੋਰ ਕਿਹੜੀ ਚੀਜ਼ ਹੋਊਗੀ? ਬੇਸਮੈਂਟ। ਕਿਉਂਕਿ ਅੱਜ ਕੱਲ ਮਾਲ ਬਣੇ ਆ ਨਾ, ਤੇ ਮਾਲ ਦੇ ਵਿੱਚ ਜ਼ਿਆਦਾਤਰ ਇੱਕ ਜਿਹੜੀ ਉਹਨਾਂ ਦੀ ਫਲੋਰ ਆ ਉਹ ਬੇਸ ਸਬ ਫਲੋਰ ਹੁੰਦੀ ਆ, ਬੇਸਮੈਂਟ ਚ ਹੁੰਦੀ ਆ। ਜਿਵੇਂ ਗੁਰਦੁਆਰੇ ਮੰਦਿਰ ਜਾਂਦੇ ਆ ਤੇ ਕਿਤੇ ਸੰਤਾਂ ਦਾ ਭੋਰਾ ਵਾ, ਤੇ ਜਿਹੜਾ ਭੋਰਾ ਸਾਹਿਬ ਆ ਉਹ ਵੀ ਕੀ ਆ? ਬੇਸਮੈਂਟ ਹੀ ਆ। ਸੋ ਇਹਦਾ ਮਤਲਬ ਜਿਹੜਾ ਜ਼ਮੀਨ ਲੈਵਲ ਤੋਂ ਉੱਪਰ, ਮਤਲਬ ਪਲੈਂਥ ਲੈਵਲ ਤੋਂ ਉੱਪਰ ਜਿਹੜੀ ਕੰਸਟਰਕਸ਼ਨ ਕੀਤੀ ਆ ਦੈਟ ਇਜ਼ ਸੁਪਰ ਸਟਰਕਚਰ। ਤਾਂ ਸੁਪਰ ਸਟਰਕਚਰ ਵਿੱਚ ਮੇਜਰਮੈਂਟ ਕੰਧਾਂ ਦੀ ਉਦਾਂ ਹੀ ਕਰਨੀ ਆ ਜਿਵੇਂ ਆਪਾਂ ਮਤਲਬ ਐਂਡ ਇਨ ਦਾ ਸੇਮ ਮੈਨਰ ਐਜ਼ ਫॉर ਦਾ ਬ੍ਰਿਕ ਇਨ ਫਾਊਂਡੇਸ਼ਨ ਐਂਡ ਪਲਿੰਥ ਆਪਾਂ ਉਸੇ ਤਰ੍ਹਾਂ ਕਿਊਬਿਕ ਯੂਨਿਟ ਵਿੱਚ ਲੈਣੀ ਆ। ਪਰ ਇਹਦੇ ਵਿੱਚ ਕੀ ਆ ਵੀ ਮੇਜਰਮੈਂਟ ਓਪਨਿੰਗ ਸੱਚ ਐਜ ਡੋਰ, ਵਿੰਡੋ, ਬਰਾਂਡਾ ਓਪਨਿੰਗ ਸ਼ੈਲ ਬੀ ਨੈਗਲੈਕਟਡ। ਮਤਲਬ ਜਿਹੜੀਆਂ ਕੰਧਾਂ ਕਰਨੀਆਂ ਵਾ, ਕੰਧਾਂ ਦੇ ਵਿੱਚ ਜਿਹੜੇ ਦਰਵਾਜ਼ੇ ਹੋਣਗੇ, ਖਿੜਕੀਆਂ ਹੋਣਗੀਆਂ, ਵੈਂਟੀਲੇਟਰ ਹੋਣਗੇ, ਬਰਾਂਡੇ ਹੋਣਗੇ, ਉਹਨਾਂ ਦੀਆਂ ਮਿਣਤੀਆਂ ਨੂੰ ਮਾਈਨਸ ਕਰਨਾ ਵਾ। ਮੈਨੂੰ ਯਾਦ ਆ ਵੀ ਛੋਟੇ ਹੁੰਦੇ ਸੀ ਸਾਡੇ ਦਾਦੀ ਜੀ ਸਾਨੂੰ ਬਾਤ ਪਾਉਂਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ 5 ਮੱਝਾਂ ਤੇ 3 ਕੱਟੀਆਂ ਤੇ 2 ਪੂਲੇ ਲਈਆਂ ਜੱਟੀਆਂ, ਪੂਰਾ ਹੋਣਾ ਚਾਹੀਦਾ। ਇਟ ਮੀਨਸ 5 ਮੱਝਾਂ ਤੇ 3 ਕੱਟੀਆਂ, ਇਹਦਾ ਮਤਲਬ 5 ਚੋਂ 3 ਘਟਾਤੇ ਤੇ ਬਾਕੀ 2 ਰਹਿ ਗਏ। ਇਟ ਮੀਨਸ ਟੋਟਲ ਡਾਈਮੈਂਸ਼ਨ ਕਰ ਲਈ ਤੇ ਉਹਦੇ ਵਿੱਚੋਂ ਜਿਹੜਾ ਤੁਹਾਡਾ ਡੋਰ, ਵਿੰਡੋ, ਉਹਦੀ ਡਿਡਕਸ਼ਨ ਕਰਤੀ। ਡਿਡਕਸ਼ਨ ਨੂੰ ਪੰਜਾਬੀ ਵਿੱਚ ਕਹਿੰਦੇ ਆ ਕਟੌਤੀ ਕਰਨੀ, ਉਹਦੇ ਵਿੱਚੋਂ ਕਟੌਤੀ ਕਰਨੀ। ਸੋ ਤੁਸੀਂ ਦੇਖੋਗੇ ਆਹ ਦੇਖੋ ਮਿਸਤਰੀ ਸਾਹਿਬ ਜੀ ਕੰਮ ਕਰਦੇ ਪਏ ਨੇ, ਇਹਦੇ ਵਿੱਚ ਡੋਰ ਲੱਗੇ ਆ, ਇੱਟਾਂ ਦੀ ਚਿਣਾਈ ਕੀਤੀ, ਸਾਰੀ ਸੁਪਰ ਸਟਰਕਚਰ ਕੀਤੀ ਹੈ। तो कंध की मिनती सारी हो जूगी। ये जो दरवाजा नजर आता पे उन्होंने माइनस कर देंगे। सो ब्रिक वर्क इन सुपर स्ट्रक्चर अगे पॉइंट सी कहता वा इन द डिस्क्रिप्शन ऑफ वर्क द क्वालिटी ऑफ ब्रिक नूं भी आपां मोटर केड़ा यूज किया वा, फर्स्ट क्लास ब्रिक यूज की, केड़ा मोटर यूज किया उन्होंने भी स्पैसीफाई किया जाता एस्टीमेट दे विच भी 1:4 रेशो च लगा वा, 1:3 च लगा वा, 1:5 च लगा वा। ठीक है। सो इस तो बाद मैसनरी फॉर आर्चस। आर्च की होंगे डाटा, गुलाइयां, जिदा मतलब पुराने तुसीं पुल वेखे होंगे गुलाइयां च बने आ, उन्हां दी जिहड़ी मिनती आ सैपरेट की जाती, डिफरेंट रेट लाए जाते हैं क्योंकि वह रेट वध लाया जाता। हाइट ऑफ सुपर स्ट्रक्चर वेरी इंपॉर्टेंट आ। सुपर स्ट्रक्चर जिहड़ी हाइट आ वो तुसीं ईच स्टोरी की वक्खो वक् करनी है, मतलब एक मंजिल जिदा जिहड़ी ग्राउंड फ्लोर ते आ, हुण जिहड़ी फर्स्ट फ्लोर होगी ਉਹਦੇ ਤੇ ਮਜ਼ਦੂਰਾਂ ਨੂੰ ਇੱਟਾਂ ਲੈ ਕੇ ਸਿਰ ਤੇ ਖਾਣੀਆਂ ਪੈਣਗੀਆਂ ਤਾਂ ਜਾਂ ਲਿਫਟ ਲਾਉਣੀ ਪਊਗੀ, ਇਹਦਾ ਮਤਲਬ ਉੱਥੇ ਖਰਚਾ ਵੱਧ ਜਾਊਗਾ। ਇਟ ਮੀਨਸ ਹਰ ਸਟੋਰੀ ਦੇ ਵਿੱਚ ਜਿਹੜਾ ਬ੍ਰਿਕ ਵਰਕ ਦਾ ਜਦੋਂ ਐਸਟੀਮੇਟ ਲਾਉਣਾ ਉਹਦਾ ਫਿਰ ਰੇਟ ਜਿਹੜਾ ਵਾ ਐਡੀਸ਼ਨਲ ਲੇਬਰ ਲਾਉਣੀ ਪਊਗੀ, ਸਕੈਪ ਫੋਲਡਿੰਗ, ਸ਼ਟਰਿੰਗ ਦਾ ਖਰਚਾ ਫਿਰ ਐਕਸਟਰਾ ਲਾਉਣਾ ਪਊਗਾ। ਸੋ ਆਈਟਮ ਜਿਹੜੀ ਆ ਇਹ ਕਿਊਬਿਕ ਫੁੱਟ ਜਾਂ ਕਿਊਬਿਕ ਮੀਟਰਾਂ ਦੇ ਵਿੱਚ ਇਹਦੀ ਮਿਣਤੀ ਕੀਤੀ ਜਾਂਦੀ ਆ ਤੇ ਪੇਮੈਂਟ ਜਿਹੜੀ ਆ ਇਹਦੀ ਸੈਂਕੜੇ ਦੇ ਹਿਸਾਬ ਨਾਲ ਵੀ ਆਪਾਂ ਕਰ ਸਕਦੇ ਹਾਂ। आ देखो कंस्ट्रक्शन की आ
ਵਿੰਡੋ ਹੈਗੀ ਆ, ਵਿੰਡੋ ਦੇ ਵਿੱਚ ਬੀਮ ਜਿਹੜਾ ਵਾ ਇਹਨੂੰ ਲਿੰਟਲ ਕਹਿੰਦੇ, ਲਿੰਟਲ। ਵੈਸੇ ਸਾਰੇ ਮੋਸਟਲੀ ਮਤਲਬ ਜ਼ਿਆਦਾਤਰ ਕਹਿੰਦੇ ਲੈਂਟਰ ਪਾ ਦਿਓ ਜੀ। ਜਿਹੜੀ ਤੁਹਾਡੀ ਛੱਤ ਹੁੰਦੀ ਨਾ ਜਿਹਨੂੰ ਸਲੈਬ ਕਹਿੰਦੇ ਆ, ਉਹਨੂੰ ਸਾਰੇ ਲੈਂਟਰ ਕਹਿੰਦੇ ਆ, ਵੈਸੇ ਉਹ ਲੈਂਟਰ ਨਹੀਂ ਹੁੰਦਾ। ਤੁਸੀਂ ਕਿਉਂਕਿ ਟੈਕਨੀਕਲ ਸਟੂਡੈਂਟ ਆ, ਯੂ ਆਰ ਗੁੱਡ ਸਟੂਡੈਂਟ ਆਫ ਸਿਵਲ ਇੰਜੀਨੀਅਰਿੰਗ ਬ੍ਰਾਂਚ, ਸੋ ਲਿੰਟਲ ਜਿਹੜਾ ਸ਼ਬਦ ਆ ਤੁਸੀਂ ਨਜ਼ਰ ਆਉਂਦਾ ਪਿਆ ਤੁਹਾਡੇ ਸਾਹਮਣੇ, ਇਹਨੂੰ ਡੋਰ ਜਾਂ ਵਿੰਡੋ ਦੀ ਜਿਹੜੀ ਓਪਨਿੰਗ ਆ ਉਹਦੇ ਉੱਪਰ ਬੈਰੀਅਰ ਲੱਗਾ, that is lintel। so ਇਸ ਤੋਂ ਬਾਅਦ DPC, DPC ਹੁੰਦੀ ਡੈਂਪ ਪ੍ਰੂਫ ਕੋਰਸ। ਡੈਂਪ ਪ੍ਰੂਫ ਕੋਰਸ ਕੀ ਚੀਜ਼ ਹੁੰਦੀ ਆ? ਡੈਂਪ ਹੁੰਦਾ ਸਲਾਬਾ। ਹੁਣ ਦੇਖੋ ਕਈ ਵਾਰੀ ਬੱਚੇ ਜਿਹੜੇ ਸਾਡੇ ਕੋਲ ITI 'ਚ ਪੜ੍ਹਦੇ ਆ ਕਹਿੰਦੇ ਸਰ ਮੀਂਹ ਆਉਂਦਾ ਪਿਆ ਸੀ ਪਰ ਨਾ ਮੇਰਾ ਜਿਹੜਾ ਬੈਗ ਸੀ ਨਾ ਵਾਟਰ ਪ੍ਰੂਫ ਹੈਗਾ ਸੀ। ਤਾਂ ਵਾਟਰ ਪ੍ਰੂਫ ਇਟ ਮੀਨਸ ਉਹ 'ਚ ਪਾਣੀ ਨਹੀਂ ਲੰਘੂਗਾ। ਕਈ ਕਹਿੰਦੇ ਲੈ ਵੀ ਆਪਾਂ ਜੈਕਟ ਪਾਈ ਆ ਬੁਲਟ ਪ੍ਰੂਫ, ਇਹ 'ਚ ਗੋਲੀ ਨਹੀਂ ਲੰਘ ਸਕਦੀ। ਸੋ ਇਹਦਾ ਮਤਲਬ ਆਪਾਂ ਜਿਹੜੀ ਕੰਸਟਰਕਸ਼ਨ ਕਰਦੇ ਆ ਉਹਦੇ ਵਿੱਚ ਇੱਕ ਵਾਰ ਲਾਉਣਾ ਵਾ, ਇੱਕ ਰੱਦਾ ਲਾਉਣਾ ਵਾ ਜਿਹਦੇ ਵਿੱਚ ਸਲਾਬਾ ਆਰ ਪਾਰ ਨਾ ਜਾਵੇ, ਉਹਨੂੰ ਕਹਿੰਦੇ ਆ DPC, ਡੈਂਪ ਪ੍ਰੂਫ ਕੋਰਸ। ਡੈਂਪ ਪ੍ਰੂਫ ਕੋਰਸ ਦੋ ਤਰ੍ਹਾਂ ਦਾ ਹੁੰਦਾ, ਇੱਕ ਹੁੰਦਾ ਹੌਰੀਜ਼ੌਂਟਲ, ਇੱਕ ਹੁੰਦਾ ਵਰਟੀਕਲ। ਹੌਰੀਜ਼ੌਂਟਲ DPC ਕਿਹੜਾ ਹੁੰਦਾ? ਇਹ ਫੁੱਲ ਵਿਡਥ ਹੁੰਦੀ ਆ ਕੰਧ ਦੀ, ਤੇ ਸੁਪਰ ਸਟਰਕਚਰ ਵਾਲਸ ਹੋਵੈਵਰ ਇਟ ਸ਼ੈਲ ਨਾਟ ਬੀ ਪ੍ਰੋਵਾਈਡਡ ਅਕ੍ਰੋਸ ਦਾ ਡੋਰਵੇ। ਦਰਵਾਜ਼ਿਆਂ ਦੇ ਗਾੜੀ ਜਿਹੜੀ ਓਪਨਿੰਗ ਆ, ਵਰਾਂਡਾ ਵਾ, ਉੱਥੇ DPC ਨਹੀਂ ਪਾਇਆ ਜਾਂਦਾ, ਉਹਨੂੰ ਆਪਾਂ ਐਸਟੀਮੇਟ 'ਚ ਨਹੀਂ ਲੈਂਦੇ। ਇਟ ਇਜ਼ ਆਲਸੋ ਪ੍ਰੋਵਾਈਡਡ ਇਨ ਰੂਫ, ਤੇ ਫਲੋਰ ਦੇ ਥੱਲੇ ਵੀ ਕਈ ਵਾਰੀ ਪਾਇਆ ਜਾਂਦਾ ਜਿੱਥੇ ਡੈਂਪਨੈਸ ਦਾ ਜ਼ਿਆਦਾ ਖਤਰਾ ਹੁੰਦਾ ਵਾ। ਵਰਟੀਕਲ DPC ਜਿਹੜਾ ਵਾ ਉਹ ਐਕਸਟਰਨਲ ਵਾਲ ਹੁੰਦੀਆਂ ਵਾ ਜਿਹੜੀਆਂ, ਜਾਂ ਇੰਟਰਨਲ ਵਾਲ ਤੋਂ ਬੇਸਮੈਂਟ। ਮੈਂ ਤੁਹਾਨੂੰ ਬੇਸਮੈਂਟ ਦੀ ਗੱਲ ਕਰਤੀ ਹੈ ਨਾ, ਜਿਹੜੀਆਂ ਜ਼ਮੀਨ ਦੇ ਥੱਲੇ ਕੰਸਟਰਕਸ਼ਨ ਕੀਤੀ ਹੁੰਦੀ ਆ। ਸੋ ਵਰਟੀਕਲ DPC ਆਪਾਂ 20 mm 'ਚ ਪਾਉਂਦੇ ਆ, ਤੇ ਹੌਰੀਜ਼ੌਂਟਲ DPC ਆਪਾਂ 40 mm 'ਚ ਪਾਉਂਦੇ ਆ। ਸੋ ਕੁਆਂਟੀਟੀ ਆਫ DPC ਜਿਹੜੀ ਆ ਉਹ ਸਕੁਅਰ ਯੂਨਿਟ ਵਿੱਚ ਹੁੰਦੀ ਆ, ਏਰੀਏ ਦੇ ਹਿਸਾਬ ਨਾਲ ਹੁੰਦੀ ਆ, ਤੇ ਇਹਦਾ ਰੇਟ ਜਿਹੜਾ ਵਾ ਉਹ ਸੈਂਕੜੇ ਦੇ ਹਿਸਾਬ ਨਾਲ ਵੀ ਆਪਾਂ ਲਾ ਸਕਦੇ ਆ, ਪਰ ਸੈਂਕੜਾ ਸਕੁਅਰ ਫੁੱਟ ਜਾਂ ਸਕੁਅਰ ਫੀਟ। ਆਹ ਦੇਖੋ ਫਿਗਰ ਨਜ਼ਰ ਆਉਂਦੀ ਪਈ DPC, ਇਹ ਕਿਹੜਾ DPC ਆ? ਹੌਰੀਜ਼ੌਂਟਲ। ਤੁਸੀਂ ਇੱਕ ਚੀਜ਼ ਵੇਖਦੇ ਪਏ ਆ, ਐਟ ਲੀਸਟ 150 mm ਅਬਵ ਗਰਾਊਂਡ। ਹੁਣ ਤੁਸੀਂ ਤੇ ਪੜ੍ਹ ਲਿਆ 150 mm, ਪਰ ਮਿਸਤਰੀ ਇਹਨੂੰ ਕਹਿੰਦਾ 6 ਇੰਚੀ ਚੁੱਕਤਾ, ਕਿਉਂਕਿ 25 mm ਜਿਹੜਾ ਵਾ ਉਹ ਆਪਾਂ ਅਪਰੋਕਸੀਮੇਟਲੀ 1 ਇੰਚ ਕਹਿੰਦੇ ਆ, ਤੇ 25 ਸੀਗਾ 150, ਤੇ 6 ਇੰਚੀ ਜਿਹੜਾ ਚੁੱਕ ਕੇ ਘੱਟੋ ਘੱਟ ਲਾਇਆ ਜਾਂਦਾ ਵਾ ਜ਼ਮੀਨ, ਆਪਾਂ ਉਸ ਲੈਵਲ ਤੋਂ ਆਪਾਂ ਇਹ DPC ਲਾਤਾ। ਇਹਦੇ ਵਿੱਚ ਵੇਖੋ ਵਰਟੀਕਲ DPC ਵੀ ਲੱਗਾ ਹੈਗਾ। ਤੁਸੀਂ ਸਕਿਮ ਲੇਅਰ ਆਫ ਪਲਾਸਟਰ ਆ, ਫਲੋਰ ਐਂਡ ਵਾਲ ਜੁਆਇੰਟਸ ਹੈਗੇ ਨੇ, ਇੰਟਰਨਲ ਸੋਲਿਡ, ਇਹ ਸਾਰਾ ਵਰਟੀਕਲ DPC ਵਿੱਚ ਪ੍ਰੋਵਾਈਡ ਕੀਤਾ ਗਿਆ। ਰੂਫਿੰਗ ਐਂਡ RCC ਵਰਕ। ਹੁਣ ਜਿਹੜਾ ਰੂਫਿੰਗ ਤੇ RCC ਵਰਕ ਆ, ਰੂਫਿੰਗ ਕੀ ਹੁੰਦੀ? ਛੱਤ, ਤੇ ਛੱਤ ਦੇ ਥੱਲੇ ਵਾਲੇ ਹਿੱਸੇ ਨੂੰ ਕਹਿੰਦੇ ਆ ਸੀਲਿੰਗ, ਤੇ ਛੱਤ ਦੇ ਉੱਪਰਲੇ ਹਿੱਸੇ ਨੂੰ ਕਹਿੰਦੇ ਆ ਟੈਰਸ, ਤੇ ਦੋਵਾਂ ਨੂੰ ਮਿਲਾ ਕੇ ਬਣਦਾ ਰੂਫ। ਤੇ ਰੂਫ ਜਦੋਂ ਲੈਣੀ ਆ ਛੱਤ, ਤੇ ਉਹਦੇ ਵਾਸਤੇ ਕੀ ਹੁੰਦਾ ਵੀ ਕਮਰੇ ਦੀਆਂ ਅੰਦਰਲੀਆਂ ਡਾਇਮੈਂਸ਼ਨਾਂ ਲਈ ਜਾਂਦੀਆਂ, ਕਮਰੇ ਦੇ ਅੰਦਰ ਜੋ ਮਿਣਤੀ ਉਹਨੂੰ ਲੈ ਕੇ ਪਲੱਸ ਉੱਚ ਕਰੀ ਜਾਂਦੀ ਆ ਬੇਰਿੰਗ, ਡਾਇਮੈਂਸ਼ਨ ਆਫ ਦਾ ਰੂਮ ਪਲੱਸ ਏ ਬੇਰਿੰਗ ਆਫ ਏ ਰੂਫ ਸਲੈਬ ਔਨ ਦਾ ਵਾਲ। ਕੰਧਾਂ ਦੀਆਂ ਜਿਹੜੇ ਉੱਪਰ ਜਿਹੜਾ ਚੜਾਅ ਹੁੰਦਾ ਨਾ ਉਹਨੂੰ ਕਹਿੰਦੇ ਬੇਰਿੰਗ, ਕਿੰਨਾ ਛੱਤ ਦਾ ਚੜਾਅ ਰੱਖਿਆ, ਦੋਵੇਂ ਬੰਨੇ ਐਡ ਕੀਤਾ ਜਾਂਦਾ। RCC roof slab and beams are the total quantity of concrete and steel are estimated separately। RCC reinforced cement concrete। ਹੁਣ ਤੁਸੀਂ ਪਿੱਛੇ ਸੁਣਿਆ PCC ਹੁੰਦੀ ਪਲੇਨ ਸੀਮੈਂਟ ਕੰਕਰੀਟ, RCC ਕੀ ਆ? ਰੀਇਨਫੋਰਸ ਸੀਮੈਂਟ ਕੰਕਰੀਟ, ਜਿਹਦੇ ਵਿੱਚ ਸਰੀਆ ਪਾਇਆ ਹੁੰਦਾ, ਉਹਦੀ ਸਟਰੈਂਥ ਨੂੰ ਰੀਇਨਫੋਰਸ ਕੀਤਾ ਜਾਂਦਾ। ਸੋ ਉਹਦੇ ਵਿੱਚ ਕੰਕਰੀਟ ਪਲੇਨ ਵੱਖਰੀ ਕੱਢੀ ਜਾਂਦੀ ਆ, ਤੇ ਸਟੀਲ ਆਪਾਂ ਵੱਖਰੀ ਕੱਢਦੇ ਹਾਂ ਜਿਹੜਾ ਸਰੀਆ ਹੁੰਦਾ। ਸੋ ਕੁਆਂਟੀਟੀ ਆਫ ਪਲੇਨ ਕੰਕਰੀਟ ਇਜ਼ ਐਸਟੀਮੇਟ ਇਨ ਕਿਊਬਿਕ ਫੀਟ ਜਾਂ ਕਿਊਬਿਕ ਮੀਟਰ, ਐਂਡ ਸਟੈਂਡਰਡ ਯੂਨਿਟ ਜਿਹੜਾ ਵਾ ਉਹ ਕਦੀ ਕਦੀ ਮਤਲਬ ਮੋਸਟਲੀ ਆਪਾਂ ਉਹਨੂੰ ਕਿਊਬਿਕ ਮੀਟਰ 'ਚ ਜਾਂ ਕਿਊਬਿਕ ਫੀਟ 'ਚ, ਜਾਂ ਕਈ ਵਾਰੀ ਆਪਾਂ 100 ਕਿਊਬਿਕ ਮੀਟਰ ਜਾਂ 100 ਕਿਊਬਿਕ ਫੀਟ ਮਤਲਬ ਸੈਂਕੜੇ ਵਿੱਚ ਵੀ ਲੈ ਸਕਦੇ ਹਾਂ। ਤਾਂ ਵੋਲਿਊਮ ਆਫ ਰੀਇਨਫੋਰਸਿੰਗ ਸਟੀਲ ਜਿਹੜਾ ਵਾ, ਜਿਹੜਾ ਸਰੀਆ ਪਾਉਂਦੇ ਆ, ਇਜ਼ ਨਾਟ ਡਿਡਕਟਡ। ਜਦੋਂ ਵੀ ਤੁਸੀਂ ਕੰਕਰੀਟ ਦਾ ਵੋਲਿਊਮ ਕੱਢਣਾ ਵਾ, ਇਹ ਨਹੀਂ ਵੀ ਜਿੱਦਾਂ ਹੁਣ ਕੰਧਾਂ ਵਿੱਚੋਂ ਜਿਹੜੀਆਂ ਦਰਵਾਜ਼ੇ ਤੁਸੀਂ ਮਾਈਨਸ ਕਰਨੇ ਆ ਤੇ ਜੀ ਸਰੀਆ ਵਾ ਇਹਦਾ ਵੀ ਏਰੀਆ ਨੂੰ ਮਾਈਨਸ ਕਰ ਦਿਓ, ਨਹੀਂ, ਉਹਨੂੰ ਡਿਡਕਟ ਨਹੀਂ ਕੀਤਾ ਜਾਂਦਾ, ਤਾਂ ਉਹ ਸਾਰਾ ਕੰਕਰੀਟ ਦਾ ਵੋਲਿਊਮ ਲਿਆ ਜਾਂਦਾ ਵਾ। ਤਾਂ ਪਲੇਨ ਕੰਕਰੀਟ ਜਿਹੜੀ ਆ ਉਹ ਮਤਲਬ 25 ਕਿਲੋ ਨਿਊਟਨ 1 ਕਿਊਬਿਕ ਮੀਟਰ ਦੇ ਵਿੱਚ ਉਹਦਾ weight ਹੁੰਦਾ ਵਾ, ਤੇ ਜਿਹੜੀ ਪਲੇਨ ਕੰਕਰੀਟ 24 ਕਿਲੋ ਨਿਊਟਨ ਹੁੰਦਾ ਵਾ, ਤੇ ਜਿਹੜੀ RCC ਆ ਉਹ 25 ਕਿਲੋ ਨਿਊਟਨ ਆਪਾਂ ਲੈ ਕੇ ਚੱਲਦੇ ਹਾਂ। 25 ਕਿਲੋ ਨਿਊਟਨ, 25,000 ਨਿਊਟਨ ਜਿਹਨੂੰ ਆਪਾਂ ਕਵਾਂਗੇ। RCC ਲਿੰਟਲ, ਹੁਣੇ ਤੁਹਾਨੂੰ ਮੈਂ ਦਿਖਾਇਆ ਸੀਗਾ ਲਿੰਟਲ, ਜਿਹੜੇ RCC ਲਿੰਟਲ ਹੁੰਦੇ ਨੇ ਦਰਵਾਜ਼ਿਆਂ ਦੀ ਓਪਨਿੰਗ ਦੇ ਉੱਪਰ ਹੁੰਦੇ ਆ,
ਉਹਨਾਂ ਨੂੰ ਵੀ ਆਪਾਂ ਆਰਸੀਸੀ ਵਰਕ ਵਿੱਚ ਇਨਕਲੂਡ ਕੀਤਾ ਜਾਂਦਾ, ਉਹਨਾਂ ਨੂੰ ਵੀ ਆਰਸੀਸੀ ਵਰਕ ਵਿੱਚ ਆਪਾਂ ਲੈਂਦੇ। ਆ ਦੇਖੋ ਛੱਤ ਵਾ, ਤੁਸੀਂ ਆਰਸੀਸੀ ਸਲੈਬ ਦੇਖੀ ਹੋਊਗੀ, ਇਹ ਮਤਲਬ ਛੱਤ ਦਾ ਚੜਾਅ ਵਾ, ਇਹ ਆਰਸੀਸੀ ਸਲੈਬ ਪਈ ਆ, ਇਹ ਫਿਗਰ ਵਿੱਚ ਤੁਸੀਂ ਦੇਖਦੇ ਪਏ ਆ। ਸੋ ਕਈ ਵਾਰੀ ਪਿਚਡ ਰੂਫ ਹੈਗੀਆਂ, ਸਲੋਪਿੰਗਸ ਜਿਹੜੀਆਂ ਵਾ, ਇਹਦਾ ਐਸਟੀਮੇਟ ਫਿਰ ਵੱਖਰਾ ਬਣਦਾ ਵਾ। ਇਹਦੇ ਉੱਪਰ ਦੇਖੋ ਫਿਨਿਸ਼ਿੰਗ ਕੀਤੀ ਆ, ਅਲਾਹਾਬਾਦ ਟਾਈਲ ਲੱਗੀ ਹੋਈ ਆ, ਸੋ ਇਹਦਾ ਵੀ ਐਸਟੀਮੇਟ ਜਦੋਂ ਲਾਉਣਾ ਵਾ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ। ਰੀਇਨਫੋਰਸ ਸਟੀਲ, ਜਨਰਲ ਸਟੀਲ ਵਰਕ ਜਿਹੜਾ ਸਟੀਲ ਇਜ਼ ਪ੍ਰੋਵਾਈਡਡ ਸੈਪਰੇਟਲੀ ਫਰਮ ਦਾ ਆਰਸੀਸੀ। ਸਟੀਲ ਨੂੰ ਆਪਾਂ ਮਤਲਬ ਜਿਹੜਾ ਸਟੀਲ ਹੁੰਦਾ, ਜਿਹੜਾ ਸਰੀਆ ਪਾਉਂਦੇ ਆ, ਇਹ ਨਹੀਂ ਵੀ ਹੁਣ ਸਟੀਲ ਦੇ ਤੁਹਾਡੇ ਦਿਮਾਗ 'ਚ ਹੋਣਾ ਵੀ ਸਟੀਲ ਦੇ ਗਲਾਸ, ਸਾਡੇ ਕੋਲ ਸਟੀਲ ਦੀ ਕੌਲੀ ਆ, ਨਹੀਂ, ਜਿਹੜਾ ਤੁਹਾਡਾ ਸਟੀਲ ਸਰੀਆ ਜਿੰਨਾ ਵੀ ਲੋਹਾ ਯੂਜ਼ ਕੀਤਾ ਜਾਂਦਾ, that is said to be steel. So steel is provided separately from the RCC per ton, मतलब per ton ਦੇ ਹਿਸਾਬ ਨਾਲ ਮਿਣਤੀ ਕਰਾਂਗੇ, ਕਿਲੋਗ੍ਰਾਮ ਨਾਲ ਕਰਾਂਗੇ ਤੇ ਕਿਲੋਗ੍ਰਾਮ ਮਤਲਬ ਕਿਊਬਿਕ ਵੇਟ ਕਰਾਂਗੇ ਉਹਦਾ, ਜਾਂ ਕੁਆਂਟਲ ਦੇ ਵਿੱਚ ਕਰਾਂਗੇ, ਸੈਂਚਰੀ 'ਚ ਕਰਾਂਗੇ। ਜਿੱਦਾਂ ਕਈ ਵਾਰੀ ਕੋਈ ਫੋਰਨ ਕੰਟਰੀ ਜਾਂਦੇ ਆ, ਉੱਥੇ ਫਿਰ ਪਾਊਂਡ ਵਿੱਚ ਹੁੰਦਾ, ਤਾਂ 112 ਪਾਊਂਡ ਜਿਹੜੇ ਆ 50 ਕਿਲੋ ਹੁੰਦੇ ਆ, ਤੇ ਮਤਲਬ ਅਪਰੋਕਸੀਮੇਟਲੀ 450 ਗ੍ਰਾਮ ਜਿਹੜਾ ਨਾ, ਮਤਲਬ 450 ਗ੍ਰਾਮ ਮਤਲਬ ਹੁੰਦਾ, ਮਤਲਬ 1 ਪਾਊਂਡ ਜਿਹੜਾ ਵਾ, ਸੌਰੀ ਇਹ ਮਤਲਬ 0.35 kg ਹੁੰਦਾ ਵਾ। तो quantity of steel can either be worked by a rule of thumb practice, एक thumb rule ਹੁੰਦਾ ਵਾ, ਤੁਸੀਂ ਪੜਿਆ ਹੋਊਗਾ, ਉਹਦੇ ਅਕੋਰਡਿੰਗ ਫਿਰ ਆਪਾਂ ਜਿਹੜੀਆਂ ਉਹਦੀ ਲੈਂਥ, ਡਾਇਆਮੀਟਰ ਸਟੀਲ ਦਾ, ਸਟੀਲ ਜਿਹੜਾ ਸਟੀਲ ਬਾਰ ਆ, ਤੁਸੀਂ ਮਤਲਬ ਮੋਸਟਲੀ ਪ੍ਰੈਕਟੀਕਲੀ ਤੁਹਾਨੂੰ ਤੁਹਾਡੇ ਟੀਚਰਸ ਨੇ ਸਮਝਾਇਆ ਹੋਊਗਾ ਕਿ ਜਿਹੜਾ ਡਾਇਆ ਆਫ ਬਾਰ ਨੂੰ 162.2 ਨਾਲ ਡਿਵਾਈਡ ਕਰ ਦਈਏ ਤੇ 1 ਮੀਟਰ ਲੈਂਥ ਜਿਹੜੀ ਹੁੰਦੀ ਆ, 1 ਮੀਟਰ ਲੈਂਥ ਦਾ ਜਿੰਨਾ ਵੇਟ ਆ ਉਹ ਸਾਡਾ ਆ ਜਾਂਦਾ, ਤੇ ਕਿੰਨੀ ਲੈਂਥ ਹੈਗੀ ਆ ਉਹਦੇ ਨਾਲ ਆਪਾਂ ਸਾਰਾ ਕੈਲਕੂਲੇਟ ਕਰ ਲਾਂਗੇ। ਇਹਦੇ ਨਾਲ ਜਿਹੜਾ ਆਪਾਂ ਸਰੀਏ ਦਾ ਡਿਟੇਲ ਦਿੰਨੇ ਆ, ਜੋ ਸਰੀਏ ਦਾ ਐਸਟੀਮੇਟ ਦਿੰਨੇ ਆ, ਉਹਨੂੰ ਆਪਾਂ ਬਾਰ ਬੈਂਡਿੰਗ ਸ਼ਡਿਊਲ ਵੀ ਕਹਿੰਦੇ ਆ। ਬਾਰ ਬੈਂਡਿੰਗ ਉਹਨੂੰ BBS ਕਿਹਾ ਜਾਂਦਾ। तो बार बैंडिंग शेड्यूल भी किन्ने सरिये सीधे पाए, किन्ने बेंट पाए, ਤੇ ਇਹਦੇ ਵਿੱਚ ਕੀ ਹੁੰਦਾ ਵੀ ਕਈ ਸਰੀਏ ਦੀਆਂ ਆਪਾਂ ਹੁੱਕਾਂ ਦੇਣੀਆਂ ਹੁੰਦੀਆਂ। ਅੱਜ ਕੱਲ ਵੈਸੇ ਹੁੱਕਾਂ ਵਾਲਾ ਸਰੀਆ ਯੂਜ਼ ਨਹੀਂ ਹੁੰਦਾ, ਕਿਉਂਕਿ ਪਹਿਲਾਂ ਮਾਈਲਡ ਸਟੀਲ ਯੂਜ਼ ਹੁੰਦਾ ਸੀਗਾ। ਅੱਜ ਕੱਲ ਜਿਹੜਾ HYSD ਸਟੀਲ ਯੂਜ਼ ਕੀਤਾ ਜਾਂਦਾ ਵਾ, TMT ਸਟੀਲ ਸੁਣਿਆ ਨਾ, TMT ਕਾਮਧੇਨੂ, TMT ਜੋਤੀ, TMT। ਇਹ TMT ਕੀ ਚੀਜ਼ ਹੈਗੀ ਹੈ? TMT ਦਾ ਮਤਲਬ ਇਹ ਹੁੰਦਾ ਵਾ ਥਰਮੋ ਮਕੈਨੀਕਲ ਟ੍ਰੀਟਡ। ਕਿਉਂਕਿ ਮੈਂ ਪਿੰਡ ਦਾ ਰਹਿਣ ਵਾਲਾ ਵਾਂ, ਸਾਨੂੰ ਪਤਾ ਕਿ ਜਦੋਂ ਟੋਕੇ ਦੀਆਂ ਛੁਰੀਆਂ ਹੁੰਦੀਆਂ ਸੀ ਨਾ, ਉਹਨੂੰ ਲੋਹਾਰ ਚੰਡਦਾ ਹੁੰਦਾ ਸੀ, ਉਹਨੂੰ ਗਰਮ ਕਰਕੇ ਨਾ ਤੇ ਮੁੜ ਕੇ ਉਹਦੇ ਤੇ ਚੰਗੀ ਤਰ੍ਹਾਂ ਬਦਾਮ ਫੇਰ ਕੇ ਤੇ ਉਹਨੂੰ ਪਾਣੀ ਸੁੱਟ ਦਿੰਦਾ ਸੀ, ਤੇ ਉਹਦੀ ਉੱਪਰਲੀ ਸਤ੍ਹਾ ਜਿਹੜੀ ਹਾਰਡ ਹੋ ਜਾਂਦੀ ਸੀ। ਸੋ ਇਸ ਤਰ੍ਹਾਂ ਸਰੀਏ ਨੂੰ ਹੌਟ ਵਾਇਰ ਆਫ ਜਿਹੜਾ ਸਟੀਲ ਬਾਰ ਆ, ਉਹਨੂੰ ਗਰਮ ਜਿਹੜੇ ਆ ਨਾ, ਉਹਨੂੰ ਪਾਣੀ ਚੋਂ ਲਗਾਉਂਦੇ ਆ, ਤੇ ਉਹਦਾ ਜਿਹੜੀ ਸਤ੍ਹਾ ਵਾ ਉਹ ਫਿਰ ਉਹਨੂੰ ਮਤਲਬ TMT ਥਰਮੋ ਮਕੈਨੀਕਲ ਟ੍ਰੀਟਡ ਹੋ ਜਾਂਦੀ ਹੈ। ਸੋ ਡਿਊ ਟੂ ਮਾਰਜਨ ਆਫ ਦਾ ਹੁੱਕ ਆਪਾਂ ਫਿਰ ਮਾਰਜਨ ਰੱਖਣਾ ਸਰੀਏ ਦਾ, ਬੈਂਡ ਵੀ ਕਰਨੇ ਆ, ਕਈ ਜਗ੍ਹਾ ਤੇ ਸਰੀਏ ਆਪਾਂ ਓਵਰਲੈਪ ਵੀ ਕਰਨੇ ਆ। ਲੋ ਜੀ, ਇਹ RCC ਵਰਕ ਹੁੰਦਾ ਪਿਆ, ਤੁਸੀਂ ਫੋਟੋ ਦੇਖ ਸਕਦੇ ਆ। ਦੇਖੋ ਜਾਲ ਬੰਨ੍ਹਦੇ ਪਏ ਨੇ, ਠੀਕ ਹੈ ਜੀ, ਤੇ ਡਾਈ ਫੜੀ ਉਹਨੇ ਬੰਦੇ ਨੇ, ਵੇਖੋ, ਠੀਕ ਹੈ ਜੀ। ਤੁਸੀਂ ਸਿਵਲ ਇੰਜੀਨੀਅਰਿੰਗ ਦੇ ਸਟੂਡੈਂਟ ਆ, ਕਿਉਂਕਿ ਅੱਜ ਕੱਲ RCC ਵਰਕ ਬਹੁਤ ਹੋ ਰਿਹਾ, ਤੁਹਾਨੂੰ ਇਹਦੇ ਨਾਲ ਫੈਮਿਲੀਅਰ ਬਹੁਤ ਹੋਣਾ ਪਊਗਾ, ਠੀਕ ਹੈ। ਸੋ ਇਹ ਸਰੀਆ ਦੇ ਬਾਰੇ ਗੱਲ ਹੋਗੀ। ਇਸ ਤੋਂ ਬਾਅਦ ਫਲੋਰ, ਫਰਸ਼। ਫਰਸ਼ ਕਿਹੜੇ ਕਿਹੜੇ ਯੂਜ਼ ਹੁੰਦੇ ਵੇਖੋ, ਕੰਕਰੀਟ ਫਲੋਰ ਆ, ਮੋਸਾਇਕ ਫਲੋਰ ਆ, ਬ੍ਰਿਕ ਫਲੋਰ ਆ, ਮੋਸਟ ਕਾਮਨਲੀ ਯੂਜ਼ ਆ। ਹੁਣ ਜਿਹੜੇ ਸੀਮੈਂਟ ਕੰਕਰੀਟ ਦੇ ਫਲੋਰ ਬਣੇ ਹੁੰਦੇ ਨਾ, ਉਹਨੂੰ ਆਪਾਂ ਕਾਂਗਲੋਮਰੇਟਿਕ ਫਲੋਰ ਵੀ ਪੜ੍ਹਿਆ ਸੀਗਾ ਕਿਤੇ, ਮੋਸਾਇਕ ਫਲੋਰ। ਇਹ ਸਾਰੇ ਬ੍ਰਿਕ ਫਲੋਰ ਆ, ਜਿੱਦਾਂ ਸ਼ੈਡਾਂ ਥੱਲੇ ਹੁੰਦੇ ਨੇ। ਇਹਨਾਂ ਦੀ ਜਿਹੜੀ ਪੇਮੈਂਟ ਆ ਉਹ ਮਤਲਬ ਪੇਮੈਂਟ ਦੀ ਤੈਅ, ਹਰ ਚੀਜ਼ ਦੀ ਤੈਅ ਹੁੰਦੀ। ਜਦੋਂ ਆਪਾਂ ਫਰਸ਼ ਪਾਉਂਦੇ ਆ, ਪਹਿਲਾਂ ਮਿੱਟੀ ਪਾਉਂਦੇ ਆ, ਮਿੱਟੀ ਪਾਉਣ ਤੋਂ ਬਾਅਦ ਆਪਾਂ ਮੋਟੀ ਰੋੜੀ ਪਾਉਂਦੇ ਆ, ਉਸ ਤੋਂ ਬਾਅਦ ਫਿਰ ਆਪਾਂ ਲੀਨ ਕੰਕਰੀਟ ਪਾਉਂਦੇ ਆ, ਫਿਰ ਆਪਾਂ ਉੱਪਰ ਲੇਅਰ ਪਾਉਂਦੇ ਆ। ਇਹਦਾ ਮਤਲਬ ਜਿਹੜੀ ਉੱਪਰਲੀ ਟੌਪ ਮੋਸਟ ਲੇਅਰ ਆ, ਉਤੋਂ ਥੱਲੇ ਜਿਹੜੀਆਂ ਜਿੰਨੀਆਂ ਲੇਅਰਸ ਹੈਗੀਆਂ ਉਹਨੂੰ ਕਹਿੰਦੇ ਪੇਵਮੈਂਟਸ, ਤੈਆਂ, ਤੇ ਉਹਦੀਆਂ ਹਰ ਤੈਅ ਦੀ ਆਪਾਂ ਵੱਖੋ ਵੱਖ ਐਸਟੀਮੇਟ ਕੀਤਾ ਜਾਂਦਾ। ਅਰਥ ਫਿਲਿੰਗ, ਸੈਂਡ ਫਿਲਿੰਗ, ਲੀਨ ਕੰਕਰੀਟ, ਜਿੱਦਾਂ PCC ਵਾਲੀ ਗੱਲ ਹੋ ਗਈ, ਤਾਂ ਪੇਡ ਬਾਏ ਵੋਲੀਅਮ, ਇਹਨੂੰ ਕਿਊਬਿਕ ਚ ਲਿਆ ਜਾਂਦਾ। ਤੇ ਜਿਹੜੀ ਟੌਪਿੰਗ ਆ, ਜਿੱਦਾਂ ਆਪਾਂ DPC ਦੇ ਲਿਆ ਨਾ, ਸਕੁਅਰ ਮੀਟਰ ਚ ਜਾਂ ਸਕੁਅਰ ਫੁੱਟ ਚ ਉਹਦੀ ਥਿਕਨੈਸ ਜਿਹੜੀ ਸਪੈਸੀਫਾਈ ਕੀਤੀ ਹੁੰਦੀ ਆ। ਇਹਦਾ ਜਿਹੜਾ ਪੇਮੈਂਟ ਵਾ ਉਹ ਯੂਜਲੀ ਸੈਂਕੜੇ ਦੇ ਹਿਸਾਬ ਨਾਲ ਕੀਤਾ ਜਾਂਦਾ। ਅੱਗੇ ਸ਼ਬਦ ਆ ਗਿਆ ਸਕਰਟਿੰਗ।
ਸਕਰਟਿੰਗ ਨੂੰ ਜ਼ਿਆਦਾਤਰ ਮੋਸਟਲੀ ਆਪਾਂ ਗਲਤ ਬੋਲਦੇ ਆ, ਜ਼ਿਆਦਾਤਰ ਕਹਿੰਦੇ ਸਕਾਟਿੰਗ ਲਾਤੀ ਜੀ, ਇਹ ਸਕਾਟਿੰਗ ਨਹੀਂ ਹੁੰਦੀ, ਇਹਨੂੰ ਆਪਾਂ ਕਹਿੰਦੇ ਸਕਰਟਿੰਗ। ਇਹ ਸਕਰਟਿੰਗ ਹੁੰਦੀ ਕੀ ਆ, ਫਰਸ਼ ਜਿਹੜਾ ਕੰਧ ਦੇ ਨਾਲ ਨਾਲ ਵੇਖੋ, ਤੁਸੀਂ ਵੇਖਿਆ ਇੱਕ ਰਿਚ ਮਿਕਸ ਲੱਗਾ ਹੁੰਦਾ ਵਾ, ਚਿਪਸ ਲੱਗੀ ਹੁੰਦੀ ਆ ਪੁਰਾਣੀਆਂ ਕੰਧਾਂ ਤੇ, ਜਾਂ ਟਾਇਲ ਲੱਗੀ ਆ ਤੇ ਥੋੜਾ 6 ਇੰਚੀ ਦਾ ਟਾਇਲ ਦਾ ਟੁਕੜਾ ਅਸੀਂ ਕੰਧ ਦੇ ਨਾਲ ਨਾਲ ਘੁਮਾ ਦਿੰਦੇ ਆ, ਉਹਨੂੰ ਆਪਾਂ ਸਕਰਟਿੰਗ ਕਹਿੰਦੇ ਆ। ਪਰ ਬਾਥਰੂਮ ਦੇ ਵਿੱਚ ਆਪਾਂ 1.5 ਮੀਟਰ ਤੋਂ ਵੱਧ, 7 ਫੁੱਟ ਤੋਂ ਵੱਧ ਜਾਂ 6 ਫੁੱਟ ਤੋਂ ਵੱਧ ਸਾਰੀ ਟਾਇਲ ਲੱਗੀ ਹੁੰਦੀ ਕੰਧ ਨੂੰ, ਉਹਨੂੰ ਸਕਰਟਿੰਗ ਨਹੀਂ ਕਹਿੰਦੇ, ਉਹਨੂੰ ਕਹਿੰਦੇ ਆ ਡੈਡੋ। ਸੋ ਡੈਡੋ ਵੱਖਰੀ ਚੀਜ਼ ਹੋ ਗਈ, ਸਕਰਟਿੰਗ ਵੱਖਰੀ ਚੀਜ਼ ਹੋ ਗਈ। ਇਹਦਾ ਮਤਲਬ ਸਕਰਟਿੰਗ ਨੂੰ ਆਪਾਂ ਰਨਿੰਗ ਫੁੱਟ ਵਿੱਚ ਲੈਂਦੇ ਆ, ਰਨਿੰਗ ਮੀਟਰ ਚ ਲੈਂਦੇ ਆ। ਸੋ ਇਸ ਤੋਂ ਬਾਅਦ ਆ ਦੇਖੋ ਫਿਗਰ ਆ ਗਈ ਤੁਹਾਡੇ ਕੋਲ, ਫਰਸ਼ ਦਾ ਮੈਂ ਵੱਖ-ਵੱਖ ਕੰਪੋਨੈਂਟ ਦਿਖਾਏ ਆ। ਤੁਸੀਂ ਇਹਦੇ ਵਿੱਚ 100 ਹਾਈ ਸੀਮੈਂਟ ਸਕਰਟਿੰਗ ਲੱਗੀ ਆ, ਲਾਲ ਦੇ ਰੰਗ ਚ ਤੁਹਾਨੂੰ ਨਜ਼ਰ ਆਉਂਦੀ ਹੋਊਗੀ, ਬ੍ਰਿਕ ਵਾਲਾ। ਫਿਰ ਵੇਖੋ ਥੱਲੇ ਰੈਮਡ ਅਰਥ ਆ, ਇਹ ਅਰਥ ਤੇ ਮਿੱਟੀ ਹੋ ਗਈ, ਰੈਮਡ ਕੀ ਹੋ ਗਿਆ, ਰੈਮ ਸ਼ਬਦ ਬਣਿਆ ਰੈਮਰ। ਰੈਮਰ ਨੂੰ ਮਿਸਤਰੀ ਤੇ ਮਜ਼ਦੂਰ ਕਹਿੰਦੇ ਆ ਦਮੂਸਾ, ਲੋਹੇ ਦਾ ਹੁੰਦਾ ਉੱਤੇ ਆ, ਮਤਲਬ ਉਹਨੂੰ ਮਤਲਬ ਫਰਸ਼ ਤੇ ਜਦੋਂ ਕੁੱਟਣ ਵਾਸਤੇ, ਮਿੱਟੀ ਨੂੰ ਪੱਧਰੀ ਕਰਨ ਵਾਸਤੇ ਯੂਜ਼ ਕਰਦੇ ਆ, ਤੇ ਜਿਹੜੀ ਮਿੱਟੀ ਦਮੂਸੇ ਨਾਲ ਕੁੱਟੀ ਹੁੰਦੀ ਹੈ ਨਾ, ਉਹਨੂੰ ਰੈਮ ਡਸਟ ਕਹਿੰਦੇ ਆ। ਸੋ ਬੇਸ ਕੰਕਰੀਟ ਹੋ ਗਈ 1 3 6, ਇੱਕ ਬਾਲਟਾ ਸੀਮੈਂਟ ਦਾ 3, ਰੇਤ ਦੇ 6, ਤੁਹਾਡੇ ਇੱਟਾਂ ਦੀ ਰੋੜੀ ਹੋ ਸਕਦੀ ਆ। ਲੀਨ ਕੰਕਰੀਟ ਜਿਹੜੀ ਆ, ਸੋ 1 2 4 ਇਹ ਸੀਮੈਂਟ ਕੰਕਰੀਟ, ਉੱਤੇ ਉਹਦੇ ਟੌਪ ਲੇਅਰ ਜਿਹੜੀ ਆ, ਜਿਹੜੀ ਟੌਪ ਲੇਅਰ ਲਾਓਗੇ ਉਹਦਾ ਹੀ ਨਾਂ ਫਰਸ਼ ਦਾ ਬਣ ਜਾਂਦਾ, ਬਾਕੀ ਸਾਰਾ ਸੇਮ ਹੁੰਦਾ ਮੋਸਟਲੀ। ਜੇ ਤੁਸੀਂ ਉਹਦੇ ਤੇ ਚਿਪਸ ਲਾ ਦੋਗੇ ਟਰੈਜੋ ਫਲੋਰ ਬਣ ਜਾਣਾ, ਜੇ ਤੁਸੀਂ ਉਹਦੇ ਤੇ ਟਾਈਲ ਲਾਤਾ ਮੋਆਸਿਕ, ਜੇ ਗਲਾਸ ਲਾਤਾ ਗਲਾਸ, ਪੀਵੀਸੀ ਅਲਮੀਨੀਅਮ ਫਲੋਰ ਦਾ ਤੁਹਾਨੂੰ ਫਿਗਰ ਨਜ਼ਰ ਆਉਂਦੀ ਪਈ ਹੈ। तो अगे आ गया प्लास्टरिंग। तो प्लास्टरिंग की चीज़ आ, जो इट्टां की चिनाई करते हैं तो जिहड़ा चिनाई जिहड़ी आ इट्टां दी आपां नूं कवर करने वास्ते प्लास्टर किया जाता। तो प्लास्टर जिहड़ा वा उहदे वास्ते फिर उहदी थिकनेस कितनी आ, किहड़ा मटीरियल यूज करना वा, वो आपां मतलब मैंशन किया जाता। तो क्वांटिटी ऑफ कैलकुलेट टोटल वाल जिहड़ी आ, उस तरह कंधां दी मिनती लई जाती है। उहदे विचों डोर ओपनिंग जिहड़ियां वा, जिहड़े दरवाजे आ, खिड़कियां, विंडोज, वेंटीलेटर्स, उन्होंने डिडक्ट किया जाता। परंतु जो दोवें बने प्लस्तर करना हो, BIS का रूल है जो भी जे दोवें बने प्लस्तर करना तो फिर एक बन्ने ही डिडक्शनां नूं लिया जाता जी एस्टीमेट दे विच, क्योंकि जिहड़ियां तुहाडीआं दीवारां वा उहदे रैम्स हुंदे ने, जिहड़ियां उहदियां रिबेट्स हुंदियां ने, ठीक है ना, जिन्होंने धारां कहंदे पंजाबी धार, वो धारां विच भी प्लस्तर करना ना, सो इस करके एक बन्ने आपां डिडक्ट उहनूं कीता जांदा। इहदा जिहड़ा स्टैंडर्ड पेमेंट आ वो 100 मतलब सैकड़ा क्यूबिक मीटर, सैकड़ा स्केयर मीटर स्केयर फुट दे विच लै जांदा। ते जिहड़ी हाइट आ प्लस्तर दी वो मतलब स्पैसीफाई की जाती है। ग्रेटर हाइट जिहड़ी जे हाइट ज़्यादा हो जूगी तो लेबर कॉस्ट वध जूगी, क्योंकि स्कैप फोल्डिंग फिर ਉਹਦਾ फिर एस्टीमेट कुछ परसेंट ਅਸੀਂ ਵਧਾ ਦਾਂਗੇ। ਆ देखो प्लस्तर कर रहा, पहले कच्चा किया ना, उन्हें प्लस्तर किया वा, जिन्हों आ कांडी नाल प्लस्तर मारिया थल्ले वाली फिगर, इनू मिस्त्री कहते छाप लाती, छाप। उस तो बाद देखो चपटी दे नाल पद्धरा करदा पिया। ठीक है, थोड़ा तुसीं समझोगे सारियां इहदे बारे फिर ही तुसीं एस्टीमेट ला सकते हैं। यह देखो प्लस्तर हो रहा, यह जिहड़ा उत्ते RCC वर्क हैगा वा बीम ते थल्ले नाल प्लस्तर करने वास्ते इत्थे गोला माल लाया जाता, गोल माल, मतलब ਉਹਦੇ ਨਾਲ फिर क्रैक्स नहीं आते। कई बारी उत्थे चिकन मैश लाई जाती है, कुक्कड़ जाली, तां जो क्रैक्स ना आवे। इस तो बाद वुड वर्क, जिहड़ा तुहाडा वुड वर्क की चीज़ आ कि जिहड़ा मटीरियल आपां क्वांटिटी ऑफ फिनिश रिक्वायर्ड, कि जो भी आपां लक्कड़ यूज की जाती है, बूहे बारियां जिहड़ी आपां कंस्ट्रक्शन यूज करते हैं, ਉਹਨੂੰ ਆਪਾਂ वुड वर्क ਉਹਦੀ ਆਪਾਂ ਐਸਟੀमेट ਲਾਉਂਦੇ ਆ। ਤੇ वुड वर्क ਜਿਹੜਾ ਵਾ ਨਾ, ਕਟਿੰਗ ਟਿੰਬਰ ਰਿਕੁਆਇਰ ਸਾਈਜ਼, ਉਹਦਾ ਜੌਨਰੀ ਵਰਕ, ਫਿਟਿੰਗ, ਫਾਸਟਿੰਗ, ਵਾਰਨਿਸ਼, ਬੋਲਟ, ਲੌਕ, हैंडल, ये सारा कुछ ਆਪਾਂ ਉਹਦਾ ਐਸਟੀमेट ਚ ਲਿਆ ਜਾਂਦਾ। तो मेजरमेंट ਜਿਹੜੀ ਆ ਨਾ, ਉਹਦੀ ਡੋਰ ਦੀ, ਵਿੰਡੋ ਦੀ ਵੋਲਿਊਮ ਵਿੱਚ ਉਹਦਾ ਲਿਆ ਜਾਂਦਾ। ਸ਼ਟਰ ਜਿਹੜੇ ਸਕੁਅਰ ਮੀਟਰ ਚ ਲਏ ਜਾਂਦੇ ਕਈ ਵਾਰੀ। ਤੇ 25% ਜਿਹੜਾ ਵਾ ਨਾ, ਉਹਦੇ ਵਿੱਚ ਵੇਸਟੇਜ ਆਪਾਂ ਪਾਉਣੀ ਆ, ਵੇਸਟੇਜ ਨੂੰ ਅਲਾਉ ਕਰਨਾ ਵਾ। सो आ देखो चुगाठा लगियां गया, ये टिंबर वर्क आ। यह देखो खिड़की तैयार की, फिनिश वेखो, वार्निश, रंग वगैरह सारा ये ग्लेज, शीशा लगा हैगा। सो सारा यदा भी एस्टीमेट कली कली चीज़ का अपन लाना वा। यह देखो दरवाजे लगे हैगे ने, उपर वेंटीलेटर लगा हैगा। प्लंबिंग, प्लंबिंग की चीज़ है कि सेंट्री फिटिंग,
ਜਿਹੜਾ ਵਾਟਰ ਸਪਲਾਈ ਆ, ਟੂਟੀਆਂ ਵਾ, ਫਲਸ਼ ਆ, ਇਹ ਜਿਹੜਾ ਮਤਲਬ ਪਾਈਪ ਲਾਈਨਸ ਆ, ਸੀਵਰ ਲਾਈਨਸ ਆ, ਇਹਨੂੰ ਆਪਾਂ RFT ਚ ਪਾਉਂਦੇ ਆ। RFT ਜਾਂ ਰਨਿੰਗ ਮੀਟਰ ਜਾਂ ਰਨਿੰਗ ਫੁੱਟ, ਵਾਈਲ ਅਦਰ ਆਈਟਮ ਨੂੰ ਆਪਾਂ ਲੈਂਦੇ ਆ ਨੰਬਰਸ, ਤੇ ਕਿੰਨੀਆਂ ਸੀਟਾਂ ਲਾਤੀਆਂ, ਕਿੰਨੀਆਂ ਟੂਟੀਆਂ ਲਾਤੀਆਂ, ਕਿੰਨੇ these items include wash hand basin ਜਿਹਦੇ ਹੁੰਦੇ ਆ, ਕਿਚਨ ਬੇਸਨ ਆ, ਉਹਦੀ ਗਿਣਤੀ ਲਈ ਜਾਂਦੀ ਆ। ਗਲੇਸ, ਸਿਰੈਮਿਕ, ਮੋਆਸਿਕ, ਸਟੇਨਲੈਸ ਸਟੀਲ ਦੇ ਵੀ ਹੋ ਸਕਦੇ ਆ। ਵਾਟਰ ਕਲੋਜ਼ਟ, ਆ ਸ਼ਬਦ ਜਿਹੜਾ WC, ਇਹ WC ਦਾ ਮਤਲਬ ਹੁੰਦਾ ਵਾ ਜਿਹੜੀ ਫਲਸ਼ ਹੁੰਦੀ ਨਾ ਇੰਡੀਅਨ ਟਾਈਪ ਜਾਂ ਵੈਸਟਰਨ ਟਾਈਪ ਆ, ਉਸ ਚੀਜ਼ ਨੂੰ ਬੇਟਾ, ਉਸ ਚੀਜ਼ ਨੂੰ ਆਪਾਂ ਮਤਲਬ ਵਾਟਰ ਕਲੋਜ਼ਟ ਕਹਿੰਦੇ ਆ। ਤਾਂ ਫਲਸ਼ਿੰਗ ਟੈਂਕ ਹੁੰਦੇ ਨੇ, ਮਗਰ ਜਿਹੜੇ ਫਲਸ਼ ਆਊਟ ਕਰਨ ਵਾਸਤੇ ਇਹ ਸਾਰੇ ਜਿਹੜੇ ਆ ਸ਼ਾਵਰ ਰੋਜ਼ ਆ, ਆਲ ਟਾਈਪਸ ਵਾਟਰ ਟੈਪਸ ਜਿਹੜੀਆਂ, ਇਹ ਸਾਰੀਆਂ ਆਪਾਂ ਗਿਣਤੀ ਦੇ, ਇਹਦਾ ਵੀ ਫਿਰ ਇਹ ਸਾਰਾ ਜਿਹੜਾ ਸਬ ਹੈਗਾ ਪਲੰਬਿੰਗ ਵਰਕ ਵਿੱਚ ਆਉਂਦਾ ਵਾ। ਇਹ ਦੇਖੋ ਪਾਈਪ ਜਿਹੜੇ ਸੈਂਟਰੀ ਦੇ ਪਾਏ ਹੋਏ ਆ ਤੁਸੀਂ ਨਜ਼ਰ। ਇਸ ਤੋਂ ਬਾਅਦ ਆ ਦੇਖੋ ਵਾਟਰ ਕਲੋਜ਼ਟ ਲੱਗਾ ਹੋਇਆ ਵਾ, ਸ਼ਾਵਰ ਰੇਲ ਹੈਗੀ ਆ, ਇਹ ਟੈਪਸ ਲੱਗੀਆਂ ਹੈਗੀਆਂ ਵਾ, ਇਹ ਸਾਰਾ ਕੁਝ ਜਿਹੜਾ ਸੈਂਟਰੀ ਵਰਕ ਦੇ ਵਿੱਚ ਆਉਂਦਾ। ਇਲੈਕਟ੍ਰਿਕ ਫਿਟਿੰਗ ਆ, ਕਿਉਂਕਿ ਆਪਾਂ ਜਦੋਂ ਘਰ ਬਣਾਤਾ ਲਾਸਟ, ਫਿਰ ਵੇਖੋ ਬਿਜਲੀ ਦੀ ਇਹ ਮਤਲਬ ਇਲੈਕਟ੍ਰੀਕਲ ਵਾਲੇ ਬੰਦਿਆਂ ਦੀ ਹੈਲਪ ਨਾਲ ਕੀਤੀ ਜਾਂਦੀ ਹੈ, ਪਰ ਇਹਨੂੰ ਵੀ ਧਿਆਨ 'ਚ ਰੱਖਿਆ ਜਾਂਦਾ ਕਿਉਂਕਿ ਇਹਦੇ ਵਿੱਚ ਜਿਹੜਾ ਬਿਜਲੀ ਦੇ ਅਪਲਾਈਐਂਸ ਹੈਗੇ ਨੇ ਤੇ ਫਿਟਿੰਗ ਆ, ਉਹਦੇ ਵਿੱਚ ਨੰਬਰ ਆਫ ਜਿਹੜੀਆਂ ਪਾਈਪ ਆ, ਰਨਿੰਗ ਮੀਟਰ, ਰਨਿੰਗ ਫੁੱਟ ਵਿੱਚ, ਤੇ ਬਾਕੀ ਜਿਹੜੇ ਸਵਿਚ ਵਗੈਰਾ ਵਾ ਉਹ ਨੰਬਰਿੰਗ ਵਿੱਚ ਲਏ ਜਾਂਦੇ। ਇਹ ਦੇਖੋ ਬਿਜਲੀ ਦੇ ਪੈਪ ਪੈਂਦੇ ਪਏ ਨੇ, ਜਦੋਂ ਬਿਜਲੀ ਵਾਲਾ ਭਾਈ ਜਿਹੜਾ ਪਾਈਪ ਪਾਉਂਦਾ ਪਿਆ, ਇਹ ਦੇਖੋ ਸਵਿਚ, ਇਹ ਸਾਰੇ ਗਿਣਤੀ ਦੇ ਵਿੱਚ ਆਉਣਗੇ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਬੜੀ ਮਤਲਬ ਛੋਟੀ ਜਿਹੀ ਕੋਸ਼ਿਸ਼ ਦੇ ਨਾਲ ਐਸਟੀਮੇਟ ਬਾਰੇ ਦੱਸ ਸਕਿਆ ਵਾਂ, ਨਾਲ ਤੁਹਾਨੂੰ ਕੁਝ ਟੈਕਨੀਕਲ ਟਰਮਸ ਬਾਰੇ ਪਤਾ ਲੱਗਾ ਵਾ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਸਾਡੇ ਨਾਲ ਸੀਨੀਅਰ ਇੰਸਟ੍ਰਕਟਰਸ ਨੇ ਜਿਹੜੇ ਡਰਾਫਟਸਮੈਨ ਸਿਵਲ ਦੇ ਗਵਰਨਮੈਂਟ ITIs ਤੋਂ, ਤੇ ਸਾਡੇ ਨਾਲ ਡਾਇਰੈਕਟਰ ਸਾਹਿਬ ਵੀ, ਟ੍ਰੇਨਿੰਗ ਅਫਸਰ ਸਾਹਿਬ ਵੀ ਜੁੜੇ ਆ। ਸੋ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਆ। ਸੇ ਕਿਸੇ ਦਾ ਕੋਈ ਕੁਐਰੀ ਹੋਵੇ, ਆ ਮੇਰਾ ਨੰਬਰ ਹੈਗਾ, ਤੇ ਇਸ ਨੰਬਰ ਦੇ ਉੱਪਰ ਜਾਂ ਮੇਰੀ ਮੇਲ ਆ, ਤੁਸੀਂ ਮੈਨੂੰ ਕਰ ਸਕਦੇ ਆ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਸੋ ਮੈਂ ਹੋਸਟ ਸਰ ਕੋ ਜਾਣਾ ਵਾ, ਜੇ ਕਿਸੇ ਦਾ ਕੋਈ ਕੁਐਰੀ ਹੋਵੇ ਤੇ ਉਹ ਕੁਐਰੀ ਕਰ ਸਕਦਾ ਜੀ। ਧੰਨਵਾਦ ਜੀ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਕਿਸੇ ਨੇ ਕੁਝ ਬੋਲਣਾ ਹੋਵੇ, ਕੋਈ ਵੀ ਕੋਈ ਸ਼ਬਦ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਉਹਦੇ ਵਾਸਤੇ ਮੈਂ ਸੌਰੀ ਵੀ ਫੀਲ ਕਰਦਾ ਹਾਂ। ਹਾਂਜੀ ਸਰ, ਰਕੇਸ਼ ਸਰ। ਹਾਂਜੀ जी सर, जी सर, ठीक है जी। जी सर, जी कोई कमलप्रीत सिंह बेदी जी ने हैंड रेज किया, प्लीज आस्क योर क्वेश्चन। कमलप्रीत। मेरा फोन किसने बोला? हाँ जी, क्वेश्चन करो जी कोई। कमलप्रीत। मैं एक रिक्वेस्ट करूंगा अपने वालों, सरदार कमलजीत सिंह जी साडे सीनियर इंस्ट्रक्टर है ड्राफ्टमैन सिविल दे, मैं उन्हां नूं कहांगा वी कोई विचार किद्दां दा लगा थोड़ा अपने विचार। सत श्री अकाल सर। सत श्री अकाल सर। सर कमलप्रीत बोल रहे हैं। हाँ जी, ITI कलानूर ਤੋਂ। हाँ सत श्री अकाल सर ਤੁਸੀਂ ਦੱਸ ਰਹੇ ਸੀਗੇ ਜਿਵੇਂ ਕਿ ਜਿਹੜੀ ਅਸੀਂ CC ਲਈ ਦੀ ਆ ਫਾਊਂਡੇਸ਼ਨ ਚ, PCC मतलब प्लेन सीमेंट कंक्रीट। हाँ जी, हाँ जी सर। सर ਉਹ ਕੰਕਰੀਟ ਉਹ ਅਸੀਂ 1 क्यूबिक सेंटीमीटर ਤੇ ਕੈਲਕੂਲੇਟ ਕਰੀ ਦੀ ਹੈ। हाँ जी, हाँ जी, हाँ जी, हाँ जी। ਬਟ ਸਰ ਜਿਹੜੀ ਅਸੀਂ ਫਲੋਰ ਤੇ CC ਲਈ ਦੀ ਆ ਕੰਕਰੀਟ, ਉਹ ਅਸੀਂ ਸਕੇਅਰ ਤੇ ਕਿਉਂ ਕੈਲਕੂਲੇਟ ਕਰਦੇ ਸਰ? ਸਰ ਉਹ ਜਿਹੜੀ ਲੇਅਰ ਹੈਗੀ ਉਹਦੀ ਸਪੈਸੀਫਾਈਡ ਲੇਅਰ ਹੁੰਦੀ ਹੈ, ਕਿਉਂਕਿ ਜਿਹੜਾ ਫਰਸ਼ ਹੈ ਨਾ, ਫਰਸ਼ ਦੇ ਨਾਂ ਤੋਂ ਹੀ ਬਣਨਾ ਨਾ। ਜੇ ਮੰਨ ਲਓ ਤੁਸੀਂ ਉੱਥੇ ਪੱਥਰ ਲਾ ਦੋਗੇ ਤੇ ਉੱਪਰਲੀ ਟੌਪ ਲੇਅਰ ਜਿਹੜੀ ਆ ਉਹ ਫਿਰ ਆਪਾਂ ਸਕੁਅਰ ਮੀਟਰ 'ਚ ਲੈਣੀ ਹੈ, ਕਿਉਂਕਿ ਉਹਦਾ ਸਾਨੂੰ ਥਿਕਨੈਸ ਸਪੈਸੀਫਾਈ ਹੁੰਦੀ ਹੈ। ਮਤਲਬ ਇਹ ਬਿਊਰੋ ਆਫ ਇੰਡਸਟਰੀਅਲ ਜਿਹੜੀ PCC ਹੁੰਦੀ ਆ ਉਹਦੀ ਸਰ ਥਿਕਨੈਸ 3 ਤੋਂ 4 ਇੰਚੀ ਤੱਕ ਅਸੀਂ ਸਪੈਸੀਫਾਈਡ ਹੁੰਦੀ ਆ, ਤੇ ਜਿਹੜਾ ਅਸੀਂ ਸਿੰਪਲ ਪਰ ਰੀਜ਼ਨ ਇਹ ਹੈ ਕਿ ਉਹਦੀ ਸਿੰਪਲ ਜਿਹੜੀ ਆਪਣੀ CC ਫਲੋਰ ਆ, ਜਿਹੜਾ ਅਸੀਂ ਕਿਤੇ ਸੀਮੈਂਟ ਵਾਲਾ ਫਲੋਰ ਪਾਈਦਾ ਤੇ ਕੁਝ ਨਹੀਂ, ਉਹਦੀ ਵੀ ਸਰ 2 ਜਾਂ 3 ਇੰਚੀ ਤੱਕ ਅਸੀਂ
ਉੱਤੇ ਕੰਕਰੀਟ ਪਾਈ ਦੀ ਹੈ। ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਡੀ ਗੱਲ ਸਮਝਦਾ, ਤੁਸੀਂ ਜੋ ਕਹਿਣਾ ਚਾਹ ਰਹੇ ਆ ਵੀ ਉਹ ਤੁਸੀਂ ਵੋਲੀਅਮ ਚ ਕਿਉਂ ਲੈਂਦੇ ਆ, ਹਨਾ? ਹਾਂਜੀ ਤੇ ਉਹ ਮੀਨਸ ਕੀ ਹੈਗਾ ਵੀ ਜਿਹੜੇ ਤੁਸੀਂ ਹੁਣ ਕਿਹੜੇ ਸਮੈਸਟਰ ਚ ਹੈਗੇ ਆ, ਲਾਸਟ ਚ ਆ ਨਾ, ਤੁਸੀਂ ਪੜ੍ਹੇ ਹਾਂਜੀ ਹੋਣਗੇ ਸਰ। ਟਾਈਪਸ ਆਫ ਫਲੋਰ, ਥਿਊਰੀ ਪੜ੍ਹੀ ਹੋਊਗੀ, ਉਹਦੇ ਵਿੱਚ ਤੁਸੀਂ ਦੇਖਿਆ ਹੋਊਗਾ ਵੀ ਜਿਹੜਾ ਫਰਸ਼ ਹੁੰਦਾ ਵਾ ਉਹਦਾ ਜਿਹੜੀ ਟੌਪ ਲੇਅਰ ਹੁੰਦੀ ਆ ਨਾ, ਉਹਦੇ ਨਾਂ ਤੋਂ ਜਾਣਿਆ ਜਾਂਦਾ। टाइम गोइंग ਤੇ आउट बल सर। ਹਾਂਜੀ 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 ਸਰ, ਹਾਂਜੀ ਹਾਂਜੀ ਠੀਕ ਹੈ ਸਰ। ਥੈਂਕ ਯੂ ਸਰ। ਹਾਂਜੀ ओके। ਹਾਂਜੀ ਹਾਂਜੀ।